प्यारे विद्यार्थियों 10+2 बायोलॉजी ਦੀਆਂ ऑनलाइन क्लासेस ਵਿੱਚ YouTube चैनल लर्नर्स ਬੋਹਾ ਤੇ एक बार फिर ਤੁਹਾਡਾ ਸਭ ਦਾ ਸਵਾਗਤ ਹੈ। बेटा ਅਸੀਂ लास्ट यूनिट ਕੀਤਾ ਸੀ प्रिंसीपल्स ऑफ इनहेरिटेंस एंड वेरीएशन। उस चैप्टर ਦੇ ਵਿੱਚ ਅਸੀਂ ਮੈਂਡਲਿਜ਼ਮ ਨੂੰ ਸਟੱਡੀ ਕੀਤਾ ਹੈ, ਮੈਂਡਲ ਦੇ ਫੈਕਟਰਸ ਨੂੰ ਸਟੱਡੀ ਕੀਤਾ ਹੈ ਐਂਡ ਆਫਟਰ ਦੈਟ बेटा ਜਿਹੜਾ ਹੈਗਾ ਸਾਨੂੰ ਇਹ ਗੱਲ ਪਤਾ ਲੱਗੀ ਸੀ ਕਿ ਜਿਹੜੇ ਜੀਨਸ ਹੈਗੇ ਨੇ ਜਾਂ ਜਿਹੜੇ ਫੈਕਟਰਸ ਨੇ ਥੀਸ ਆਰ ਰਿਸਪੋਂਸੀਬਲ ਫਾਰ ਟਰਾਂਸਮਿਸ਼ਨ ਆਫ ਕਰੈਕਟਰਸ ਫਰੋਮ ਵਨ ਜਨਰੇਸ਼ਨ ਟੂ ਅਨਦਰ ਜਨਰੇਸ਼ਨ। ਬਟ ਬੇਟਾ ਹੋਰ ਇਨਵੈਸਟੀਗੇਸ਼ਨਸ ਹੋਈਆਂ ਅਤੇ ਅਲਟੀਮੇਟਲੀ ਸਾਨੂੰ ਇਹ ਪਤਾ ਲੱਗਿਆ ਕਿ ਉਹ ਮਟੀਰੀਅਲ ਜਿਹੜਾ ਐਕਚੁਅਲ ਦੇ ਵਿੱਚ ਜੈਨੇਟਿਕ ਇਨਫੋਰਮੇਸ਼ਨ ਕੈਰੀ ਕਰਦਾ ਅਤੇ ਇਸ ਨੂੰ ਟਰਾਂਸਮਿਟ ਕਰਦਾ ਫਰੋਮ ਵਨ ਜਨਰੇਸ਼ਨ ਟੂ ਨੈਕਸਟ ਜਨਰੇਸ਼ਨ ਦੈਟ ਇਜ਼ DNA। ਸੋ ਬੇਟਾ DNA ਸਾਡਾ ਜੈਨੇਟਿਕ ਮਟੀਰੀਅਲ ਹੈ। लास्ट लैक्चर ਦੇ ਵਿੱਚ ਅਸੀਂ ਕੁਝ ਕੁ ਐਕਸਪੈਰੀਮੈਂਟਸ ਜਿਸ ਦੇ ਵਿੱਚ ਬੇਟਾ ਗ੍ਰਿਫਥ ਐਕਸਪੈਰੀਮੈਂਟ ਹੈ, ਹਰਸ਼ੇਚੇਜ਼ ਐਕਸਪੈਰੀਮੈਂਟ ਹੈ, ਅਵੇਰੀਜ਼ ਐਕਸਪੈਰੀਮੈਂਟ ਹੈ, ਉਹਨਾਂ ਐਕਸਪੈਰੀਮੈਂਟਸ ਨਾਲ ਅਸੀਂ ਪ੍ਰੂਵ ਕੀਤਾ ਕਿ DNA ਜੈਨੇਟਿਕ ਮਟੀਰੀਅਲ ਹੈ। ਤਾਂ ਬੇਟਾ ਇਸ ਅੱਜ ਦੇ ਟੌਪਿਕ ਦੇ ਵਿੱਚ ਅਸੀਂ ਫਰਦਰ DNA ਦਾ ਸਟਰਕਚਰ ਸਟੱਡੀ ਕਰਨਾ ਹੈ। ਸੋ ਇਸ ਦੇ ਲਈ ਬੇਟਾ ਸਕਰੀਨ ਦੇ ਉੱਤੇ ਜਿਸ ਤਰ੍ਹਾਂ ਤੁਹਾਨੂੰ ਦਿਖਾਈ ਦੇ ਰਿਹਾ ਕਿ ਇਹ ਇੱਕ ਸੈੱਲ ਹੈਗਾ ਹੈ। ਇਸ ਸੈੱਲ ਦੇ ਵਿੱਚ ਨਿਊਕਲੀਅਸ ਹੈ, ਬਾਹਰ ਸੈੱਲ ਆਰਗੈਨਲੀਜ਼ ਨੇ। ਜੇ ਅਸੀਂ ਨਿਊਕਲੀਅਸ ਨੂੰ ਧਿਆਨ ਨਾਲ ਦੇਖੀਏ ਤਾਂ ਨਿਊਕਲੀਅਸ ਦੇ ਵਿੱਚ ਬਹੁਤ ਸਾਰੇ ਕ੍ਰੋਮੋਸੋਮਸ ਪ੍ਰੈਜ਼ੈਂਟ ਹੁੰਦੇ ਨੇ ਅਤੇ ਇਹਨਾਂ ਕ੍ਰੋਮੋਸੋਮਸ ਦੇ ਸਟਰਕਚਰ ਨੂੰ ਫਰਦਰ ਐਲੈਬੋਰੇਸ਼ਨ ਦਿੱਤੀ ਹੋਈ ਹੈ ਕਿ ਕਿਸ ਤਰੀਕੇ ਨਾਲ ਕ੍ਰੋਮੋਸੋਮ ਜਿਹੜਾ ਦੈਟ ਇਜ਼ ਮੇਡ ਅਪ ਆਫ DNA ਐਂਡ ਪ੍ਰੋਟੀਨਸ। ਸੋ ਇਹ ਜਿਹੜਾ DNA ਹੈ ਇਸ DNA ਦਾ ਸਟਰਕਚਰ ਅੱਜ ਅਸੀਂ ਸਟੱਡੀ ਕਰਨਾ ਹੈ। DNA ਦੇ ਸਟਰਕਚਰ ਨੂੰ ਬੇਟਾ ਜਿਹੜਾ ਹੈਗਾ ਸਟੱਡੀ ਕਰਨ ਤੋਂ ਪਹਿਲਾਂ ਜੇ ਅਸੀਂ ਜੈਨੇਟਿਕ ਮਟੀਰੀਅਲ ਦੀ ਗੱਲ ਕਰੀਏ, ਜਿਵੇਂ ਕਿ ਅਸੀਂ ਕਿਹਾ ਕਿ ਜੈਨੇਟਿਕ ਮਟੀਰੀਅਲ ਜਿਹੜਾ ਹੈਗਾ ਬੇਟਾ ਉਹ DNA ਹੈ। ਬਟ ਇਨ ਸਰਟਨ ਕੇਸਿਸ ਜੈਨੇਟਿਕ ਮਟੀਰੀਅਲ RNA ਵੀ ਹੋ ਸਕਦਾ ਹੈ। ਅਸਲ ਦੇ ਵਿੱਚ ਜਿਹੜਾ ਇਹ DNA ਅਤੇ RNA ਹੈਗਾ ਇਹ ਦੋਨੋਂ ਸਾਡਾ ਨਿਊਕਲਿਕ ਐਸਿਡ ਹੈਗੇ ਨੇ। ਇਹੀ ਸਾਡੇ ਜੈਨੇਟਿਕ ਮਟੀਰੀਅਲ ਦਾ ਬਿਲਡਿੰਗ ਬਲੋਕਸ ਹੁੰਦੇ ਨੇ। ਸੋ ਨਿਊਕਲਿਕ ਐਸਿਡ ਦੋ ਤਰ੍ਹਾਂ ਦਾ ਹੈ, DNA ਐਂਡ RNA। DNA is deoxyribonucleic acid and RNA is ribonucleic acid। ਅੱਜ ਦੇ ਲੈਕਚਰ ਤੋਂ ਬਾਅਦ ਤੁਹਾਨੂੰ ਇਹ ਗੱਲ ਕਲੀਅਰ ਹੋ ਜੂਗੀ ਕਿ DNA ਅਤੇ RNA ਦੇ ਵਿੱਚ ਫਰਕ ਕੀ ਹੁੰਦਾ ਹੈ ਅਤੇ ਜਿਹੜੀ ਮੈਂ ਗੱਲ ਕਹਿ ਰਿਹਾ ਡੀਆਕਸੀਰਾਈਬੋਨਿਊਕਲਿਕ ਐਸਿਡ ਅਤੇ ਰਾਈਬੋਨਿਊਕਲਿਕ ਐਸਿਡ ਇਹ ਕੀ ਟਰਮੀਨੋਲੋਜੀਜ਼ ਹੈਗੀਆਂ ਨੇ, ਇਹਨਾਂ ਦਾ ਮਤਲਬ ਕੀ ਹੈ। ਵੈਸੇ ਬੇਟਾ +1 ਦੇ ਵਿੱਚ ਅਸੀਂ DNA ਦਾ ਸਟਰਕਚਰ ਸਟੱਡੀ ਕੀਤਾ ਹੁੰਦਾ ਹੈ, ਬਟ ਫਿਰ ਵੀ ਕਈ ਵਾਰੀ ਅਸੀਂ ਚਲੋ ਟੌਪਿਕ ਸਕਿਪ ਕੀਤਾ ਹੁੰਦਾ ਜਾਂ ਧਿਆਨ ਨਾਲ ਨਹੀਂ ਪੜ੍ਹਿਆ ਹੁੰਦਾ ਜਾਂ ਸਾਨੂੰ ਸਮਝ ਚੰਗੇ ਤਰੀਕੇ ਨਾਲ ਨਹੀਂ ਲੱਗਿਆ ਹੁੰਦਾ। ਅੱਜ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ DNA ਦਾ ਸਟਰਕਚਰ ਮੈਂ ਡਿਟੇਲ ਦੇ ਵਿੱਚ ਸਮਝਾਵਾਂ ਸੋ ਦੈਟ ਇਸ ਤੋਂ ਬਾਅਦ ਦੇ ਵਿੱਚ ਤੁਹਾਡੇ ਮਾਈਂਡ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਡਾਊਟ ਨਾ ਰਹੇ DNA ਦੇ ਸਟਰਕਚਰ ਨੂੰ ਲੈ ਕੇ। ਤਾਂ ਬੇਟਾ ਜੇ ਜੈਨੇਟਿਕ ਮਟੀਰੀਅਲ ਦੀ ਫਾਰਮ ਦੇ ਵਿੱਚ ਗੱਲ ਕਰੀਏ, ਅਸੀਂ ਆਲਰੇਡੀ ਗੱਲ ਦੱਸ ਚੁੱਕੇ ਹਾਂ ਕਿ DNA ਇਜ਼ ਜੈਨੇਟਿਕ ਮਟੀਰੀਅਲ ਇਨ ਮੋਸਟ ਆਫ ਦਾ ਆਰਗੈਨਿਜ਼ਮਸ। ਯੈਸ, RNA ਇਜ਼ ਆਲਸੋ ਦਾ ਜੈਨੇਟਿਕ ਮਟੀਰੀਅਲ। ਕਿੱਥੇ ਹੁੰਦਾ? ਬਹੁਤ ਸਾਰੇ ਬੇਟਾ ਵਾਇਰਸ ਹੁੰਦੇ ਨੇ ਜਿਨ੍ਹਾਂ ਦੇ ਵਿੱਚ RNA ਜਨਰਲੀ ਜੈਨੇਟਿਕ ਮਟੀਰੀਅਲ ਹੁੰਦਾ ਹੈ। ਜਿੱਥੇ RNA ਜੈਨੇਟਿਕ ਮਟੀਰੀਅਲ ਹੈ ਉੱਥੇ ਬੇਟਾ ਜਿਹੜਾ ਹੈਗਾ ਕਿਸ ਤਰੀਕੇ ਨਾਲ RNA ਫਿਰ ਜਿਹੜਾ ਹੈਗਾ ਆਪਣੇ ਆਪ ਤੋਂ DNA ਬਣਾਉਣ ਦੀ ਕੋਸ਼ਿਸ਼ ਬਣਾਉਂਦਾ ਹੈਗਾ। ਤਾਂ ਉਹ ਸਭ ਪ੍ਰੋਸੈਸ ਜਿਹੜਾ ਹੈਗਾ ਅਸੀਂ ਇਸ ਦੇ ਵਿੱਚ ਰਿਵਰਸ ਟਰਾਂਸਕ੍ਰਿਪਸ਼ਨ ਦਾ ਉਹ ਵੀ ਜਿਹੜਾ ਇਸ ਦੇ ਵਿੱਚ ਕਲੀਅਰ ਕਰਾਂਗੇ। ਤਾਂ ਹੁਣ ਬੇਟਾ ਜਿਹੜਾ ਹੈਗਾ ਅੱਗੇ RNA ਦੀ ਜੇ ਅਸੀਂ ਵੈਸੇ ਗੱਲ ਕਰੀਏ ਕਿ ਜੇ RNA ਜੈਨੇਟਿਕ ਮਟੀਰੀਅਲ ਤਾਂ ਚਲੋ ਹੈਗਾ ਵਾਇਰਸਿਸ ਦੇ ਵਿੱਚ, ਜੇ ਅਸੀਂ ਹਿਊਮਨ ਬਾਡੀ ਦੀ ਗੱਲ ਕਰੀਏ, ਯੂਕੈਰੀਓਟਿਕ ਸੈੱਲ ਦੀ ਗੱਲ ਕਰੀਏ, ਜਿੱਥੇ DNA ਜੈਨੇਟਿਕ ਮਟੀਰੀਅਲ ਹੈ ਤਾਂ ਉੱਥੇ ਫਿਰ RNA ਦਾ ਕੀ ਕੰਮ ਹੈ? ਉੱਥੇ RNA ਜੈਨੇਟਿਕ ਇਨਫੋਰਮੇਸ਼ਨ ਨੂੰ ਮੈਸੇਂਜਰ ਦੀ ਫਾਰਮ ਦੇ ਵਿੱਚ ਕੰਮ ਕਰਦਾ ਹੈ। ਮੈਸੇਂਜਰ ਦੀ ਫਾਰਮ ਦੇ ਵਿੱਚ ਕੰਮ ਕਰਨ ਦਾ ਕੀ ਮਤਲਬ ਹੈ? ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਜਿਸ ਤਰੀਕੇ ਨਾਲ ਆਪਣੇ ਕੋਲ ਕਿਸੇ ਵੀ ਸੈੱਲ ਦੇ ਵਿੱਚ DNA ਹੈ, DNA ਤੋਂ RNA ਬਣ ਜਾਂਦਾ ਹੈ। RNA ਇਨਫੋਰਮੇਸ਼ਨ ਕੈਰੀ ਕਰਦਾ, ਮੈਸੇਜ ਕੈਰੀ ਕਰਦਾ ਹੈ ਅਤੇ ਅਲਟੀਮੇਟਲੀ ਜਿਹੜਾ ਹੈਗਾ ਇਹ ਪ੍ਰੋਟੀਨ ਸਿੰਥਸਿਸ ਦੇ ਵਿੱਚ ਹੈਲਪ ਕਰਦਾ ਹੈ। ਹੁਣ ਬੇਟਾ ਇਹ DNA ਆਪਾਂ ਕਹਿੰਦੇ ਕਿ ਜੈਨੇਟਿਕ ਮਟੀਰੀਅਲ ਹੈ, ਕਰਦਾ ਕੀ ਹੈ ਇਹ, ਹੁੰਦਾ ਕੀ ਹੈ, ਕਿਉਂ ਜੈਨੇਟਿਕ ਮਟੀਰੀਅਲ ਇਸ ਨੂੰ ਕਹਿੰਦੇ ਆ ਅਤੇ ਕੰਮ ਕੀ ਹੈ ਇਸ ਦਾ? ਅਸੀਂ ਕਹਿੰਦੇ ਕਿ ਜੈਨੇਟਿਕ ਇਨਫੋਰਮੇਸ਼ਨ ਸਟੋਰ ਕਰਦਾ। ਕਿਹੋ ਜਿਹੀ ਜੈਨੇਟਿਕ ਇਨਫੋਰਮੇਸ਼ਨ, ਕਿਵੇਂ ਸਟੋਰ ਕਰਦਾ ਅਤੇ ਉਹ ਜੈਨੇਟਿਕ ਇਨਫੋਰਮੇਸ਼ਨ ਹੁੰਦੀ ਐਕਚੁਅਲ ਦੇ ਵਿੱਚ ਕੀ ਹੈ? ਤਾਂ ਬੇਟਾ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਸਲ ਦੇ ਵਿੱਚ ਆਪਣੀ ਬਾਡੀ ਦੇ ਜ਼ਿਆਦਾਤਰ ਕੰਮ ਜਿਹੜੇ ਨੇ ਉਹ ਪ੍ਰੋਟੀਨ ਕਰਦਾ ਹੈ। ਜਿਵੇਂ ਐਂਟੀਬਾਡੀਜ਼ ਜਿਹੜੀਆਂ ਸਾਡੀ ਬਾਡੀ ਦੀਆਂ ਉਹ ਵੀ ਪ੍ਰੋਟੀਨਸ ਨੇ, ਸਾਡੇ ਹਾਰਮੋਨਸ ਵੀ ਪ੍ਰੋਟੀਨ ਨੇ,
ਬਹੁਤ ਸਾਰੇ ਸਾਡੀ ਬਾਡੀ 'ਚ ਇੰਜ਼ਾਈਮ ਚਾਹੀਦੇ ਹੁੰਦੇ ਨੇ, ਉਹ ਇੰਜ਼ਾਈਮਸ ਵੀ ਪ੍ਰੋਟੀਨ ਨੇ। ਬਿਲਡਿੰਗ ਬਲੌਕ ਦੀ ਫਾਰਮ 'ਚ ਗੱਲ ਕਰੀਏ, ਸੈੱਲ ਵਾਲ ਦੀ ਫਾਰਮੇਸ਼ਨ ਹੋਣੀ ਹੈ, ਸੈੱਲ ਮੈਂਬਰੇਨ ਦੀ ਫਾਰਮੇਸ਼ਨ ਹੋਣੀ ਹੈ, ਪਲਾਜ਼ਮਾ ਮੈਂਬਰੇਨ ਹੈ, ਉਹ 'ਚ ਵੀ ਜ਼ਿਆਦਾਤਰ ਪ੍ਰੋਟੀਨ ਨੇ। ਸੋ ਕਹਿੰਦਾ ਮਤਲਬ ਪ੍ਰੋਟੀਨ ਸਾਡੀ ਬਾਡੀ ਦੀਆਂ ਇਹੋ ਜਿਹੀਆਂ ਯੂਨਿਟਸ ਨੇ ਜਿਹੜੇ ਸਾਡੀ ਬਾਡੀ ਦਾ ਸਟਰਕਚਰ ਵੀ ਬਣਾਉਂਦੇ ਹੈ, ਐਜ਼ ਵੈਲ ਐਜ਼ ਸਾਡਾ ਫੰਕਸ਼ਨ ਵੀ ਬਾਡੀ ਦਾ ਜਿਹੜਾ ਹੈਗਾ ਪਰਫੋਰਮ ਕਰਦੇ ਹੈ। ਸੋ ਵੀ ਕੈਨ ਸੇ ਦੀਜ਼ ਆਰ ਸਟਰਕਚਰਲ ਐਜ਼ ਵੈਲ ਐਜ਼ ਫੰਕਸ਼ਨਲ ਯੂਨਿਟਸ ਆਫ ਹਿਊਮਨ ਬਾਡੀ। ਤਾਂ ਹੁਣ ਬੇਟਾ ਜਿਹੜੇ ਪ੍ਰੋਟੀਨਸ ਨੇ, ਪ੍ਰੋਟੀਨ ਬਣਦੇ ਕਿਹਦੇ ਤੋਂ ਨੇ? ਪ੍ਰੋਟੀਨਸ ਆਰ ਮੇਡ ਅਪ ਆਫ ਅਮਾਈਨੋ ਐਸਿਡਸ। ਤਾਂ ਪ੍ਰੋਟੀਨ ਬਣਦੇ ਹੈ ਅਮਾਈਨੋ ਐਸਿਡਸ ਦੇ। ਅਮਾਈਨੋ ਐਸਿਡਸ ਇੱਕ ਦੂਸਰੇ ਨਾਲ ਇੱਕ ਡੈਫੀਨੇਟ ਸੀਕੁਐਂਸ ਦੇ ਵਿੱਚ ਜੁੜੇ ਹੋਏ ਹੁੰਦੇ ਨੇ। ਅਮਾਈਨੋ ਐਸਿਡ ਦੀ ਸੀਕੁਐਂਸ ਹੀ ਇਹ ਡਿਸਾਈਡ ਕਰਦੀ ਹੈ ਕਿ ਕਿਹੋ ਜਿਹਾ ਪ੍ਰੋਟੀਨ ਹੈ ਅਤੇ ਕਿਸ ਤਰ੍ਹਾਂ ਦੇ ਕੰਮ ਕਰੂਗਾ। ਹੁਣ ਜਿਹੜੀ ਅਮਾਈਨੋ ਐਸਿਡ ਦੀ ਸੀਕੁਐਂਸ ਹੈ ਪ੍ਰੋਟੀਨਸ ਦੇ ਵਿੱਚ, ਉਸ ਸੀਕੁਐਂਸ ਨੂੰ ਡਿਸਾਈਡ ਕੌਣ ਕਰਦਾ ਹੈ? RNA ਡਿਸਾਈਡ ਕਰਦਾ ਹੈ, mRNA ਡਿਸਾਈਡ ਕਰਦਾ ਹੈ, ਮੈਸੇਂਜਰ RNA ਡਿਸਾਈਡ ਕਰਦਾ ਹੈ। ਅਤੇ ਮੈਸੇਂਜਰ RNA ਨੇ ਮੈਸੇਜ ਲੈ ਕੇ ਕਿੱਥੋਂ ਆਉਂਦਾ ਹੈ? DNA ਤੋਂ। ਇਹਦਾ ਮਤਲਬ ਸਾਡੀ ਬਾਡੀ 'ਚ ਕਿਹੋ ਜਿਹਾ ਪ੍ਰੋਟੀਨ ਬਣੇ, ਉਸ ਪ੍ਰੋਟੀਨਸ ਦੇ ਵਿੱਚ ਅਮਾਈਨੋ ਐਸਿਡ ਦੀ ਕੀ ਸੀਕੁਐਂਸ ਹੋਵੇ, ਇਸ ਚੀਜ਼ ਨੂੰ ਡਿਸਾਈਡ ਤਾਂ RNA ਕਰ ਰਿਹਾ ਹੈ, mRNA ਕਰ ਰਿਹਾ ਹੈ, ਬਟ ਇਹ mRNA ਅਲਟੀਮੇਟਲੀ ਮੈਸੇਜ ਕਿੱਥੋਂ ਲੈ ਕੇ ਆ ਰਿਹਾ ਹੈ? DNA ਤੋਂ ਲੈ ਕੇ ਆ ਰਿਹਾ ਹੈ। ਇਹਦਾ ਮਤਲਬ ਸਾਡੀ ਬਾਡੀ ਦੇ ਵਿੱਚ ਬਣਨ ਵਾਲੇ ਪ੍ਰੋਟੀਨਸ ਦਾ ਅਲਟੀਮੇਟ ਕੰਟਰੋਲ ਕਿਹਦੇ ਕੋਲੇ ਹੈ? DNA ਕੋਲੇ ਹੈ। DNA ਦੇ ਵਿੱਚ ਜਿਹੜੀ ਨਿਊਕਲੀਓਟਾਈਡਸ ਦੀ ਸੀਕੁਐਂਸ ਹੈ, ਜਿਸ ਨੂੰ ਕਿ ਅੱਜ ਅਸੀਂ ਪੜ੍ਹਾਂਗੇ ਨਿਊਕਲੀਓਟਾਈਡਸ ਕੀ ਹੁੰਦੇ ਹੈ, ਉਹੀ ਸੀਕੁਐਂਸ ਇਹ ਡਿਸਾਈਡ ਕਰਦੀ ਹੈ ਕਿ ਪ੍ਰੋਟੀਨ ਦੇ ਵਿੱਚ ਅਮਾਈਨੋ ਐਸਿਡ ਦੀ ਕੀ ਸੀਕੁਐਂਸ ਹੋਏਗੀ। ਅਤੇ ਪ੍ਰੋਟੀਨ ਦੇ ਵਿੱਚ ਅਮਾਈਨੋ ਐਸਿਡ ਦੀ ਸੀਕੁਐਂਸ ਦੇ ਬੇਸ 'ਤੇ ਹੀ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ। ਇਸ ਕਰਕੇ ਬਾਡੀ ਦੇ ਸਾਰੇ ਫੰਕਸ਼ਨਸ ਨੂੰ ਕੰਟਰੋਲ ਕੌਣ ਕਰ ਰਿਹਾ ਹੈ? ਮੈਸੇਜ ਲੈ ਕੇ ਕੌਣ ਅਲਟੀਮੇਟਲੀ ਮੈਸੇਜ ਕੌਣ ਪੋਜ਼ੈਸ ਕਰ ਰਿਹਾ ਹੈ? DNA। ਇਹ ਹੀ ਉਹ ਹੈਰੀਡਿਟਰੀ ਇਨਫੋਰਮੇਸ਼ਨ ਹੈ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਕਿ DNA ਸਟੋਰ ਕਰਕੇ ਰੱਖਦਾ ਹੈ। ਅਤੇ ਹੁਣ ਇਹ ਗੱਲ ਕਲੀਅਰ ਹੋ ਗਈ ਹੋਏਗੀ ਕਿ DNA ਜਦੋਂ ਜੈਨੇਟਿਕ ਮਟੀਰੀਅਲ ਹੈ ਤਾਂ RNA ਕੀ ਹੈ? ਮੈਸੇਂਜਰ ਹੈ। ਸੋ ਇਹ ਜਿਹੜੀ ਗੱਲ ਇੱਥੇ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਬਾਅਦ ਦੇ ਵਿੱਚ ਅਸੀਂ ਅੱਗੇ DNA ਦੇ ਸਟਰਕਚਰ ਨੂੰ ਐਕਸਪਲੇਨ ਕਰਾਂਗੇ ਕਿ DNA ਦਾ ਕੀ ਸਟਰਕਚਰ ਹੈ। DNA ਪੋਲੀਨਿਊਕਲੀਓਟਾਈਡ ਚੇਨ ਹੈ। ਪਹਿਲਾਂ ਤਾਂ ਇਹ ਗੱਲ ਸਮਝੋ ਕਿ ਪੋਲੀਨਿਊਕਲੀਓਟਾਈਡ ਚੇਨ ਕੀ ਹੈ। ਤਾਂ ਪੋਲੀਨਿਊਕਲੀਓਟਾਈਡ ਚੇਨ ਕੀ ਹੈ? DNA ਦੀ ਫੁੱਲ ਫਾਰਮ ਜੇ ਮੈਂ ਤੁਹਾਨੂੰ ਆਲਰੇਡੀ ਦੱਸੀ ਹੈ, ਦਿਸ ਇਜ਼ ਡੀਆਕਸੀ ਰਾਈਬੋ ਨਿਊਕਲੀਓਟਾਈਡ। ਤਾਂ ਇਹ ਜਿਹੜੇ ਬੇਟਾ ਡੀਆਕਸੀ ਰਾਈਬੋ ਨਿਊਕਲੀਓਟਾਈਡਸ ਦੀ ਅਸਲ 'ਚ ਚੇਨ ਹੁੰਦੀ ਹੈ ਇੱਕ। ਤਾਂ ਇਹ ਚੇਨ ਜਿਹੜੀ ਹੈਗੀ ਹੈ ਬੇਟਾ, ਜਦੋਂ ਆਪਸ ਦੇ ਵਿੱਚ ਬਹੁਤ ਸਾਰੇ ਨਿਊਕਲੀਓਟਾਈਡ, ਜਿਵੇਂ ਮੰਨ ਲਓ ਇੱਕ ਨਿਊਕਲੀਓਟਾਈਡ, ਇਹ ਦੂਜਾ ਨਿਊਕਲੀਓਟਾਈਡ, ਇਹ ਤੀਸਰਾ ਨਿਊਕਲੀਓਟਾਈਡ, ਇਹ ਚੌਥਾ ਨਿਊਕਲੀਓਟਾਈਡ ਆਪਸ ਦੇ ਵਿੱਚ ਜੁੜ ਗਏ ਤਾਂ ਇਹ ਬਣ ਗਿਆ ਪੋਲੀਨਿਊਕਲੀਓਟਾਈਡ। ਅਤੇ ਪੋਲੀਨਿਊਕਲੀਓਟਾਈਡ ਹੀ ਅਸਲ ਦੇ ਵਿੱਚ ਨਿਊਕਲਿਕ ਐਸਿਡ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਨਿਊਕਲਿਕ ਐਸਿਡ ਹੈ। ਇਹਦਾ ਮਤਲਬ ਜੇ ਅਸੀਂ ਨਿਊਕਲਿਕ ਐਸਿਡ ਦਾ ਸਟਰਕਚਰ ਪੜ੍ਹਨਾ ਹੈ ਤਾਂ ਉਹਦੇ ਲਈ ਸਾਨੂੰ ਕਾਹਦਾ ਸਟਰਕਚਰ ਪਤਾ ਹੋਣਾ ਚਾਹੀਦਾ ਹੈ? ਨਿਊਕਲੀਓਟਾਈਡ ਦਾ। ਕਿਉਂਕਿ ਜਿਹੜੇ ਹੈਗੇ ਨੇ ਨਿਊਕਲੀਓਟਾਈਡ ਦੀ ਜਿਹੜੀ ਚੇਨ ਹੈ, ਮਤਲਬ ਕਿ ਪੋਲੀਨਿਊਕਲੀਓਟਾਈਡ ਹੈ, ਉਹੀ DNA ਹੈ ਜਾਂ ਨਿਊਕਲਿਕ ਐਸਿਡ ਹੈ। ਨਿਊਕਲਿਕ ਐਸਿਡ ਤੁਸੀਂ ਇੱਥੇ RNA ਵੀ ਲੈ ਸਕਦੇ ਹੋ, DNA ਵੀ ਲੈ ਸਕਦੇ ਹੋ। ਕਿਉਂਕਿ ਬੇਟਾ ਦੋਨਾਂ ਦਾ ਹੀ ਸਟਰਕਚਰ ਆਲਮੋਸਟ ਸੇਮ ਹੈ। ਜਿੱਥੇ ਕਿਤੇ ਡਿਫਰੈਂਸ ਆਊਗਾ ਮੈਂ ਤੁਹਾਨੂੰ ਦੱਸੂਗਾ ਕਿ ਫ਼ਰਕ ਕੀ ਹੈ। ਤਾਂ ਦੋਨੇ DNA ਅਤੇ RNA ਪੋਲੀਨਿਊਕਲੀਓਟਾਈਡਸ ਨੇ। ਸੋ ਆਹ ਹੋ ਗਏ ਨਿਊਕਲੀਓਟਾਈਡ 1 2 3 4। ਇਹਦਾ ਮਤਲਬ ਨਿਊਕਲਿਕ ਐਸਿਡ ਦਾ ਸਟਰਕਚਰ ਸਮਝਣਾ ਹੈ ਤਾਂ ਇਹਦਾ ਨਿਊਕਲੀਓਟਾਈਡ ਦਾ ਸਟਰਕਚਰ ਸਮਝੋ। ਇਹਨਾਂ ਨਿਊਕਲੀਓਟਾਈਡਸ ਦਾ ਸਟਰਕਚਰ ਕੀ ਹੈ ਬੇਟਾ, ਉਸ ਨੂੰ ਸਮਝਦੇ ਹਾਂ। ਸੋ ਪੋਲੀਨਿਊਕਲੀਓਟਾਈਡਸ ਜਿਹੜੇ ਹੈਗੇ ਨੇ, ਦੀਜ਼ ਆਰ ਦਾ ਪੋਲੀਮਰਸ ਆਫ ਨਿਊਕਲੀਓਟਾਈਡ। ਨਿਊਕਲੀਓਟਾਈਡ ਦੇ ਪੋਲੀਮਰ ਨੇ, ਜਿਵੇਂ ਇੱਥੇ ਦਿਖਾਇਆ ਹੋਇਆ ਹੈ। ਇਹ ਇੱਕ ਨਿਊਕਲੀਓਟਾਈਡ ਹੈ, ਇਹ ਦੂਸਰਾ ਆ ਗਿਆ, ਇਹ ਤੀਸਰਾ ਆ ਗਿਆ, ਇਹ ਚੌਥਾ ਆ ਗਿਆ। ਮੈਂ ਤੁਹਾਨੂੰ ਪਿੱਛੇ ਦਿਖਾਇਆ ਸੀ ਕਿ ਐਵੇਂ ਕਰਕੇ 1 2 3 4। ਸੋ ਇਹਦਾ ਸਟਰਕਚਰ ਆ ਗਿਆ ਇਹ। ਸੋ ਜਿਹੜਾ ਇਹ ਸਟਰਕਚਰ ਹੈ ਬੇਟਾ, ਜਿਹਦੇ ਵਿੱਚ ਅੱਗੇ ਜਾ ਕੇ ਸਾਡੇ ਕੋਲ 3 ਚੀਜ਼ਾਂ ਲੱਗੀਆਂ ਹੋਈਆਂ, 3 ਗਰੁੱਪ ਲੱਗੇ ਨੇ। ਇਹਨਾਂ ਗਰੁੱਪਸ ਨੂੰ ਅਸੀਂ ਧਿਆਨ ਨਾਲ ਸਮਝਾਂਗੇ, ਬਟ ਉਸ ਤੋਂ ਪਹਿਲਾਂ ਇੱਕ ਵਾਰ ਫਿਲਹਾਲ ਇਹ ਗੱਲ ਸਮਝੋ ਕਿ ਜਿਹੜੇ ਸਾਡੇ ਕੋਲ ਨਿਊਕਲਿਕ ਐਸਿਡ ਹੈ ਉਹ ਪੋਲੀਨਿਊਕਲੀਓਟਾਈਡ ਹੈ। ਅਤੇ ਪੋਲੀਨਿਊਕਲੀਓਟਾਈਡ ਕੀ ਹੈ? ਪੋਲੀਮਰ ਹੈ ਨਿਊਕਲੀਓਟਾਈਡਸ ਆ। ਜਿਸ ਤਰ੍ਹਾਂ ਦੇਖੋ ਆਪਣੇ ਕੋਲ ਇੱਕ ਨਿਊਕਲੀਓਟਾਈਡ ਹੋ ਗਿਆ, ਦਿਸ ਇਜ਼ ਨਿਊਕਲੀਓਟਾਈਡ 1, ਨਾਓ ਦਿਸ ਇਜ਼ ਨਿਊਕਲੀਓਟਾਈਡ 2, ਦਿਸ ਇਜ਼ ਨਿਊਕਲੀਓਟਾਈਡ 3 ਐਂਡ ਦਿਸ ਇਜ਼ ਨਿਊਕਲੀਓਟਾਈਡ 4। ਅਤੇ ਸਾਰੇ ਨਿਊਕਲੀਓਟਾਈਡ ਜਿਹੜੇ ਹੈਗੇ ਨੇ ਆਪਣੇ ਕੋਲ ਜਦੋਂ 1 2 3 4 ਆਪਸ ਦੇ ਵਿੱਚ ਜੁੜ ਗਏ ਤਾਂ ਕੀ ਬਣ ਗਿਆ ਇਹਨਾਂ ਤੋਂ?
ਪੋਲੀਨਿਊਕਲੀਓਟਾਈਡ ਬਣ ਗਿਆ। ਸੋ ਇਹ ਪੋਲੀਨਿਊਕਲੀਓਟਾਈਡ ਹੀ ਅਸਲ ਦੇ ਵਿੱਚ ਕੀ ਹੈ, DNA ਹੈ। ਇਹਦਾ ਮਤਲਬ DNA ਦੇ ਸਟਰਕਚਰ ਨੂੰ ਸਮਝਣਾ ਹੈ ਤਾਂ ਇਹਨਾਂ ਨਿਊਕਲੀਓਟਾਈਡਸ ਦੇ ਸਟਰਕਚਰ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਹੁਣ DNA ਹੋ ਗਿਆ, ਚਾਹੇ ਦੀ RNA, ਦੋਨੇ ਪੋਲੀਨਿਊਕਲੀਓਟਾਈਡਸ ਨੇ, ਦੋਨੋਂ ਨਿਊਕਲੀਓਟਾਈਡਸ ਦੇ ਬਣੇ ਹੋਏ ਨੇ। ਹੁਣ ਗੱਲ ਕਰਦੇ ਹਾਂ ਨਿਊਕਲੀਓਟਾਈਡ ਦੀ। ਜਿਸ ਤਰ੍ਹਾਂ ਆਪਣੇ ਕੋਲ ਇੱਥੇ ਇੱਕ ਨਿਊਕਲੀਓਟਾਈਡ ਦਿਖਾਈ ਦੇ ਰਿਹਾ ਹੈ ਤਾਂ ਇਸ ਨਿਊਕਲੀਓਟਾਈਡ ਦੇ ਵਿੱਚ ਅਸੀਂ ਦੇਖਣਾ ਕੀ ਕੁਛ ਹੈਗਾ। ਹਾਂਜੀ, ਇਸ ਨਿਊਕਲੀਓਟਾਈਡ ਦੇ ਹੈਗੇ ਨੇ 3 ਕੰਪੋਨੈਂਟ। ਇੱਕ ਤਾਂ ਹੈਗਾ ਨਾਈਟ੍ਰੋਜਨ ਬੇਸ, ਇੱਕ ਪੈਂਟੋਜ਼ ਸ਼ੂਗਰ, ਇੱਕ ਫਾਸਫੇਟ ਗਰੁੱਪ। ਹੁਣ ਇੱਥੇ ਇਹ ਨਾ ਸਮਝੋ ਕਿ ਮੈਂ ਤੁਹਾਨੂੰ ਜਿਹੜਾ ਹੈਗਾ ਸਿਰਫ DNA ਦਾ ਸਟਰਕਚਰ ਦੱਸ ਰਿਹਾ ਹਾਂ, ਮੈਂ ਤੁਹਾਨੂੰ ਬੇਸਿਕਲੀ ਨਿਊਕਲੀਓਟਾਈਡ ਦਾ ਸਟਰਕਚਰ ਜਿਹੜਾ ਹੈਗਾ ਉਹ ਐਕਸਪਲੇਨ ਕਰ ਰਿਹਾ ਹਾਂ। ਦੈਟ ਮੇ ਬੀ ਦਾ ਪਾਰਟ ਆਫ DNA ਔਰ ਦੈਟ ਮੇ ਆਲਸੋ ਬੀ ਦਾ ਪਾਰਟ ਆਫ RNA, ਕੁਛ ਵੀ ਹੋ ਸਕਦਾ ਹੈ। ਉਹ RNA 'ਚ ਕਿਹੜਾ ਨਿਊਕਲੀਓਟਾਈਡ ਲੱਗਣਾ, DNA 'ਚ ਕਿਹੜਾ ਨਿਊਕਲੀਓਟਾਈਡ ਲੱਗਣਾ, ਇਹ ਵੀ ਮੈਂ ਦੱਸ ਦੇਣਾ, ਇਹ ਵੀ ਤੁਹਾਨੂੰ ਕਲੀਅਰ ਹੋ ਜਾਏਗਾ। ਤਾਂ ਹੁਣ ਬੇਟਾ ਇਹ ਨਿਊਕਲੀਓਟਾਈਡ ਜਿਹੜਾ ਹੈਗਾ ਇੱਥੇ ਇਹ ਸਮਝੋ ਕਿ 3 ਕੰਪੋਨੈਂਟ ਨੇ। ਆਹ ਤਾਂ ਲੱਗਿਆ ਹੋਇਆ ਇਹਦਾ ਕੰਪੋਨੈਂਟ 1, ਜਿਹਨੂੰ ਮੈਂ ਨਾਮ ਦੇ ਰਿਹਾ ਕਿ ਇਹ ਨਾਈਟ੍ਰੋਜਨ ਬੇਸ ਹੈ। ਇਸ ਤੋਂ ਬਾਅਦ ਦੇ ਵਿੱਚ ਆਹ ਲੱਗਿਆ ਹੋਇਆ ਕੰਪੋਨੈਂਟ 2, ਜਿਹਨੂੰ ਮੈਂ ਕਹਿ ਰਿਹਾ ਕਿ ਪੈਂਟੋਜ਼ ਸ਼ੂਗਰ ਹੈ। ਦੈਨ ਆਹ ਲੱਗਿਆ ਹੋਇਆ ਕੰਪੋਨੈਂਟ 3, ਜਿਹਨੂੰ ਮੈਂ ਕਹਿ ਰਿਹਾ ਕਿ ਇਹ ਫਾਸਫੇਟ ਗਰੁੱਪ ਹੈ। ਸੋ 3 ਕੰਪੋਨੈਂਟ ਨੇ, ਨਾਈਟ੍ਰੋਜਨ ਬੇਸ, ਪੈਂਟੋਜ਼ ਸ਼ੂਗਰ ਐਂਡ ਫਾਸਫੇਟ ਗਰੁੱਪ। ਤਾਂ ਇਹਨਾਂ ਤਿੰਨਾਂ ਬਾਰੇ ਅਸੀਂ ਪੜ੍ਹਦੇ ਹਾਂ ਕਿ ਨਾਈਟ੍ਰੋਜਨ ਬੇਸ ਕਿਹੜੇ ਕਿਹੜੇ ਹੈ, ਪੈਂਟੋਜ਼ ਸ਼ੂਗਰ ਕਿਹੜੀ ਕਿਹੜੀ ਹੈ, ਫਾਸਫੇਟ ਗਰੁੱਪ ਕਿਹੜਾ ਕਿਹੜਾ। ਇਹਨਾਂ ਸਾਰਿਆਂ ਬਾਰੇ ਅਸੀਂ ਡਿਟੇਲ ਦੇ ਵਿੱਚ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਆ ਗਿਆ ਬੇਟਾ ਆਪਣੇ ਕੋਲ ਇਹ ਨਾਈਟ੍ਰੋਜਨ ਬੇਸ ਲੱਗਿਆ ਹੋਇਆ। ਦੂਸਰੇ ਨੰਬਰ ਦੇ ਉੱਤੇ ਲੱਗੀ ਹੋਈ ਹੈਗੀ ਇਹ ਸ਼ੂਗਰ। ਤੀਸਰੇ ਨੰਬਰ ਦੇ ਉੱਤੇ ਲੱਗਿਆ ਹੋਇਆ ਆ ਗਿਆ ਇਹ ਫਾਸਫੇਟ ਗਰੁੱਪ। ਸੋ ਇੱਧਰ ਦੇਖੋ ਨਾਈਟ੍ਰੋਜਨ ਬੇਸ, ਸ਼ੂਗਰ ਐਂਡ ਫਾਸਫੇਟ ਗਰੁੱਪ, 3 ਕੰਪੋਨੈਂਟ ਹੋ ਗਏ। ਤਾਂ ਹੁਣ ਬੇਟਾ ਇਹ ਤਿੰਨੇ ਕੰਪੋਨੈਂਟ ਜਿਹੜੇ ਹੈਗੇ ਨੇ ਉਹ ਕਿਹੜੇ ਕਿਹੜੇ ਨੇ, ਇਹਨਾਂ ਕੰਪੋਨੈਂਟਸ ਬਾਰੇ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਹੈਗਾ ਬੇਟਾ ਅਸੀਂ ਕੰਪੋਨੈਂਟ ਲੈਣੇ ਹੈ, ਦੈਟ ਇਜ਼ ਨਾਈਟ੍ਰੋਜਨ ਬੇਸ। ਸਭ ਤੋਂ ਪਹਿਲਾ ਜਿਹੜਾ ਕੰਪੋਨੈਂਟ ਹੈ ਇਹਨਾਂ ਦੇ ਵਿੱਚੋਂ ਅਸੀਂ ਨਾਈਟ੍ਰੋਜਨ ਬੇਸ ਲਵਾਂਗੇ। ਤਾਂ ਨਾਈਟ੍ਰੋਜਨ ਬੇਸ ਕਿਹੜੇ ਕਿਹੜੇ ਹੈ ਉਹ ਮੈਂ ਤੁਹਾਨੂੰ ਦੱਸਦਾ। ਹਾਂਜੀ, ਨਾਈਟ੍ਰੋਜਨ ਬੇਸ। ਨਾਈਟ੍ਰੋਜਨ ਬੇਸ ਜਿਹੜੇ ਹੈ ਬੇਟਾ ਇਹ 2 ਤਰ੍ਹਾਂ ਦੇ ਆਪਣੇ ਕੋਲੇ ਨਾਈਟ੍ਰੋਜਨ ਬੇਸ ਇਸ ਦੇ ਵਿੱਚ ਹੋਣਗੇ। ਕਿਹੜੇ ਕਿਹੜੇ ਨਾਈਟ੍ਰੋਜਨ ਬੇਸ ਆਪਣੇ ਕੋਲੇ ਹੈਗੇ ਨੇ, ਇਹ ਬੇਟਾ 2 ਕੈਟਾਗਰੀਜ਼ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਅਸੀਂ ਡਿਵਾਈਡ ਕਰ ਸਕਦੇ ਹਾਂ। ਇੱਕ ਤਾਂ ਹੈਗੀ ਹੈ ਕੈਟਾਗਰੀ ਪਿਊਰਾਈਨਸ, ਇੱਕ ਹੈਗੇ ਨੇ ਬੇਟਾ ਪ੍ਰੀਮੀਡੀਨਸ। ਹੁਣ ਜਿਹੜੇ ਪੁਰਾਈਨਸ ਨੇ ਇਹ 2 ਤਰ੍ਹਾਂ ਦੇ ਨੇ, ਇੱਕ ਹੈ ਐਡੀਨੀਨ, ਇੱਕ ਹੈ ਗੋਨਿਨ। ਪ੍ਰੀਮੀਡੀਨ 3 ਨੇ, ਸਾਈਟੋਸਿਨ, ਥਾਇਆਮੀਨ ਐਂਡ ਯੂਰਾਸਿਲ। ਸਾਈਟੋਸਿਨ, ਥਾਇਆਮੀਨ ਐਂਡ ਯੂਰਾਸਿਲ। ਤਾਂ ਆਪਣੇ ਕੋਲ ਜਿਹੜਾ ਹੈਗਾ ਬੇਟਾ ਪਿਊਰਾਈਨ ਬੇਸ ਤੇ ਪ੍ਰੀਮੀਡੀਨ ਬੇਸ ਆ ਗਏ, ਐਡੀਨਿਨ, ਗੋਨਿਨ, ਸਾਈਟੋਸਿਨ, ਥਾਇਆਮੀਨ ਐਂਡ ਯੂਰਾਸਿਲ। ਤਾਂ ਮੋਟੇ ਜਿਹੇ ਤੌਰ 'ਤੇ ਜੇ ਦੇਖਿਆ ਜਾਵੇ ਨਾਈਟ੍ਰੋਜਨ ਬੇਸ ਤਾਂ ਹੈਗੇ ਨੇ 5 ਕੈਟਾਗਰੀਜ਼ ਚਾਹੀਦੀ, ਕੈਟਾਗਰਾਈਜ਼ ਚਾਹੀਦੀ ਇਹਨਾਂ ਨੂੰ 2 ਗਰੁੱਪਸ ਦੇ ਵਿੱਚ ਕਰਤਾ। ਹੁਣ ਇੱਕ ਨਿਊਕਲੀਓਟਾਈਡ ਦੇ ਵਿੱਚ, ਕਿਉਂਕਿ ਅਸੀਂ ਕਿਹਾ ਕਿ DNA ਪੋਲੀਨਿਊਕਲੀਓਟਾਈਡ ਹੈ, ਇੱਕ ਨਿਊਕਲੀਓਟਾਈਡ ਦੇ ਵਿੱਚ ਇਹਨਾਂ 5 ਦੇ ਵਿੱਚੋਂ ਕੋਈ ਇੱਕ ਹੀ ਨਾਈਟ੍ਰੋਜਨ ਬੇਸ ਹੋਊਗਾ। ਇਹ ਗੱਲ ਯਾਦ ਰੱਖਿਓ, ਜਾਂ ਤਾਂ ਐਡੀਨਿਨ ਹੋਊਗਾ, ਜਾਂ ਗੋਨਿਨ ਹੋਊਗਾ, ਸਾਈਟੋਸਿਨ ਹੋਊਗਾ, ਥਾਇਆਮੀਨ ਹੋਊਗਾ, ਜਾਂ ਯੂਰਾਸਿਲ ਹੋਊਗਾ। 5 ਚੋਂ ਕੋਈ ਇੱਕ ਹੋਊਗਾ। ਪ੍ਰਾਈਮ ਦੀ ਕੈਟਾਗਰੀ 'ਚ ਵੀ ਆ ਸਕਦਾ, ਪ੍ਰੀਮੀਡੀਨ ਵੀ। ਤਾਂ ਅਲੱਗ ਗੱਲ ਹੈ ਕਿ ਇਹਨਾਂ ਦੀ ਆਪਾਂ ਗਰੁੱਪਿੰਗ ਕੀਤੀ ਹੋਈ ਇਨਟੂ ਪ੍ਰਾਈਮਸ ਐਂਡ ਪ੍ਰੀਮੀਡੀਨਸ। ਬਟ ਇਹਨਾਂ 5 ਦੇ ਵਿੱਚੋਂ ਕੋਈ ਇੱਕ ਨਾਈਟ੍ਰੋਜਨ ਬੇਸ ਪ੍ਰੈਜ਼ੈਂਟ ਹੋਊਗਾ। ਦੇਖੋ ਸਕਰੀਨ ਦੇ ਉੱਤੇ ਤੁਹਾਨੂੰ ਬੜਾ ਸਪਸ਼ਟ ਹੁਣ ਦਿਖ ਰਿਹਾ ਹੈ। Nitrogen bases are divided into 2 categories, prines and primidines. Prines are adenine and guanine. A, G, prine. C, T, U, cytosine, thiamine and uracil. ਇਹ ਜਿਹੜੇ ਹੈਗੇ ਨੇ ਕੀ ਨੇ ਆਪਣੇ ਕੋਲੇ ਪ੍ਰੀਮੀਡੀਨਸ ਹੈਗੇ ਨੇ। ਸੋ ਦੇਖੋ ਤੁਸੀਂ ਚੰਡੀਗੜ੍ਹ ਲਈ ਬੱਸਾਂ ਦੇ ਉੱਤੇ ਲਿਖਿਆ ਹੁੰਦਾ CTU, ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ। ਤਾਂ ਇਹ ਜਿਹੜਾ ਹੈਗਾ ਆਪਣੇ ਕੋਲੇ CTU ਜਿਹੜਾ ਹੈਗਾ, ਇਹ ਯਾਦ ਰੱਖਣ ਦਾ ਤਰੀਕਾ ਹੀ ਹੈ ਕਿ ਪ੍ਰੀਮੀਡੀਨਸ ਨੇ, ਤੇ ਇਹ ਜਿਹੜੇ ਹੈਗੇ ਨੇ AG ਜਿਹੜੇ ਹੈਗੇ ਨੇ ਇਹ ਕੀ ਨੇ, ਪੁਰਾਈਨਸ ਨੇ। ਦੂਸਰਾ ਬਟਾ ਜਿਹੜਾ ਹੈਗਾ ਆਪਣੇ ਕੋਲੇ ਪੁਰਾਈਨਸ ਦੇ ਵਿੱਚ ਸਪੈਲ ਜਿਹੜੇ ਹੈਗੇ ਨੇ ਅੱਖਰ ਘੱਟ ਪੈਂਦੇ ਨੇ, ਇਸ ਕਰਕੇ ਇਹ 2 ਨੇ, ਘੱਟ ਨੇ। ਪ੍ਰੀਮੀਡੀਨਸ ਦੇ ਵਿੱਚ ਜ਼ਿਆਦਾ ਹੀ ਪੈਂਦੇ ਨੇ, ਇਸ ਕਰਕੇ ਇਹ ਜ਼ਿਆਦਾ ਨੇ। CTU 3 ਆ ਗਏ ਇਹ। ਸੋ ਇਹ ਜਿਹੜਾ ਹੈਗਾ ਆਪਣੇ ਕੋਲੇ ਆ ਗਏ ਪੁਰਾਈਨਸ ਐਂਡ ਪ੍ਰੀਮੀਡੀਨਸ ਬਾਰੇ। ਦੈਨ ਬੇਟਾ ਜਿਹੜਾ ਹੈਗਾ ਪੁਰਾਈਨਸ ਐਂਡ ਪ੍ਰੀਮੀਡੀਨਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਕੋਲੇ ਆ ਗਿਆ ਬੇਟਾ ਇਹ ਐਡੀਨਿਨ।
ਹੁਣ ਤੁਸੀਂ ਕਹੋਗੇ ਕਿ ਸਰ ਇਹਦਾ ਸਟਰਕਚਰ ਨਹੀਂ, ਕੋਈ ਇਹੋ ਜਿਹਾ ਸਟਰਕਚਰ ਇੰਨਾ ਜ਼ਿਆਦਾ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ, ਬਸ ਇੰਨਾ ਜ਼ਰੂਰ ਯਾਦ ਰੱਖੋ ਕਿ ਜਿਹੜਾ ਐਡੀਨਿਨ ਨਾਈਟ੍ਰੋਜਨ ਬੇਸ ਹੈਗਾ, ਇਸ ਐਡੀਨਿਨ ਨਾਈਟ੍ਰੋਜਨ ਬੇਸ ਦੇ ਵਿੱਚ 2 ਰਿੰਗਸ ਲੱਗੀਆਂ ਹੋਈਆਂ ਨੇ। ਤਾਂ ਫਿਰ ਆਪਣੇ ਕੋਲੇ ਆ ਗਿਆ ਦੂਸਰਾ ਗੋਨਿਨ। ਗੋਨਿਨ ਦੇ ਵਿੱਚ ਵੀ ਕਿੰਨੀਆਂ ਰਿੰਗਸ ਲੱਗੀਆਂ ਹੋਈਆਂ ਨੇ? 2 ਰਿੰਗ ਲੱਗੀਆਂ ਹੋਈਆਂ ਨੇ। ਤਾਂ ਹੁਣ ਬੇਟਾ ਜਿਹੜੇ ਹੈਗੇ ਨੇ ਇਹ ਆਪਣੇ ਕੋਲੇ ਪ੍ਰੀਮੀਡੀਨਸ ਆ ਗਏ, ਸਾਈਟੋਸਿਨ ਦਾ ਸਟਰਕਚਰ ਆ ਗਿਆ, ਥਾਇਆਮੀਨ ਦਾ ਸਟਰਕਚਰ ਆ ਗਿਆ, ਯੂਰਾਸਿਲ ਦਾ ਸਟਰਕਚਰ ਆ ਗਿਆ। ਤਾਂ ਇੱਥੋਂ ਜਿਹੜੀ ਮੋਟੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਹ ਇਹੀ ਨਿਕਲ ਕੇ ਸਾਹਮਣੇ ਆਈ ਹੈ ਬੇਟਾ ਕਿ ਜਿਹੜੇ ਤਾਂ ਆਪਣੇ ਕੋਲੇ ਪਿਊਰਾਈਨਸ ਹੈਗੇ ਨੇ ਇਹ ਤਾਂ ਬਾਈਸਾਈਕਲਿਕ ਕੰਪਾਊਂਡਸ ਨੇ, 2 ਰਿੰਗਾਂ ਇਹਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ, ਤੇ ਪ੍ਰੀਮੀਡੀਨਸ ਜਿਹੜੇ ਹੈਗੇ ਨੇ ਉਹ ਕੀ ਨੇ ਬੇਟਾ, ਉਹ ਇੱਕੋ ਹੀ ਜਿਹੜੀ ਹੈਗੀ ਇਹਨਾਂ ਦੇ ਵਿੱਚ ਰਿੰਗ ਲੱਗੀ ਹੋਈ ਹੈ। ਦੈਨ ਇਸ ਰਿੰਗ 'ਚ ਹੁੰਦਾ ਕੀ ਹੈ, ਕਾਰਬਨ ਤੇ ਨਾਈਟ੍ਰੋਜਨ ਹੈ। ਜਿਹੜਾ ਆਪਣੇ ਕੋਲੇ ਬੇਟਾ ਪਿਊਰਾਈਨ ਹੁੰਦਾ ਹੈ, ਪਿਊਰਾਈਨ ਦੇ ਵਿੱਚ ਕਾਰਬਨ ਨੰਬਰ 1 3 7 9 ਇਹਨਾਂ ਦੇ ਉੱਤੇ ਨਾਈਟ੍ਰੋਜਨ ਲੱਗੀ ਹੁੰਦੀ ਹੈ, ਤੇ ਪ੍ਰੀਮੀਡੀਨ ਦੇ ਵਿੱਚ 1 ਤੇ 3 ਦੇ ਉੱਤੇ ਜਿਹੜੀ ਨਾਈਟ੍ਰੋਜਨ ਲੱਗੀ ਹੁੰਦੀ ਹੈ। ਹੁਣ ਬੜਾ ਸੌਖਾ ਹੋ ਗਿਆ ਤਾਂ ਯਾਦ ਰੱਖਣਾ ਫਿਰ ਆਪਾਂ ਨੂੰ ਕਿਵੇਂ, ਕਿਉਂਕਿ ਜਿਹੜੇ ਪਿਊਰਾਈਨ ਨੇ ਇਹਨਾਂ 'ਚ 2 ਰਿੰਗਸ ਬਣਦੀਆਂ ਨੇ। ਹੁਣ ਇੱਕ ਰਿੰਗ 'ਚ ਤਾਂ ਵੱਧੋ ਵੱਧ 6 ਨੰਬਰ ਕਾਰਬਨ ਤੱਕ ਹੀ ਜਾਵਾਂਗੇ ਨਾ ਅਸੀਂ, ਇਸ ਤੋਂ ਵੱਧ ਤਾਂ ਜਾ ਨਹੀਂ ਸਕਦੇ। ਤਾਂ ਇੱਧਰ ਤਾਂ ਆ ਗਿਆ 1 3 7 9, ਇਹ ਜਿਹੜੀਆਂ ਪੋਜੀਸ਼ਨਸ ਨੇ 1 3 7 9 ਇਹਨਾਂ ਪੋਜੀਸ਼ਨਸ ਦੇ ਉੱਤੇ ਨਾਈਟ੍ਰੋਜਨ ਲੱਗਿਆ ਹੋਇਆ ਹੈ। ਤੇ ਇੱਧਰ ਕਿਹੜੀਆਂ ਪੋਜੀਸ਼ਨਸ ਦੇ ਉੱਤੇ ਲੱਗਿਆ ਹੋਇਆ ਹੈ? ਇੱਧਰ ਲੱਗਿਆ ਹੋਇਆ 1 ਐਂਡ 3, ਇੱਧਰ ਇਹਨਾਂ ਦੋਨਾਂ ਪੋਜੀਸ਼ਨਸ 'ਤੇ ਲੱਗਿਆ ਹੋਇਆ ਹੈ। ਤਾਂ ਹੁਣ ਇੱਧਰ 7 ਤੇ 9 ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਰਿੰਗ ਹੀ ਇੱਕ ਹੈ 7 9 ਤੇ ਇਹਦੇ ਕੋਲ ਕਾਰਬਨ ਹੀ ਨਹੀਂ ਹੋਣੀ। ਇਸ ਕਰਕੇ ਜਿਹੜੀ ਹੈਗੀ ਇਹ ਆਪਣੇ ਕੋਲ ਕੀ ਹੈਗਾ, ਪੋਜੀਸ਼ਨ ਨੰਬਰ 1 ਐਂਡ 3। 7 9 ਤਾਂ ਪੋਜੀਸ਼ਨ ਹੀ ਨਹੀਂ ਹੈਗੀ, ਇਹਦੇ ਕੋਲ ਰਿੰਗ ਹੀ ਇੱਕ ਹੈ। ਸੋ ਇਹ ਜਿਹੜਾ ਹੈਗਾ ਆਪਣੇ ਕੋਲ 6 ਐਟਮਸ ਉਸ ਦੇ ਵਿੱਚ ਲੱਗੇ ਹੋਏ ਆ। ਸੋ ਇਹਦਾ ਮਤਲਬ ਬੇਟਾ ਇਹ ਯਾਦ ਰੱਖਣਾ ਸੌਖਾ ਹੋ ਗਿਆ, ਇੱਧਰ 1 ਤੇ 3 ਤੇ ਇੱਧਰ 1 3 7 9 ਨੰਬਰ ਪੋਜੀਸ਼ਨ ਦੇ ਉੱਤੇ ਕੀ ਲੱਗੀਆਂ ਹੋਈਆਂ ਨੇ, ਨਾਈਟ੍ਰੋਜਨ ਐਟਮਸ ਜਿਹੜੇ ਲੱਗੇ ਹੋਏ ਹੁੰਦੇ ਆ। ਸੋ ਇੰਨਾ ਅਸੀਂ ਜ਼ਰੂਰ ਯਾਦ ਰੱਖ ਲੈਣਾ। ਜਿਹੜੇ ਪੁਰਾਈਨ ਨੇ ਇਹ 2 ਹੁੰਦੇ ਨੇ, ਤੇ ਰਿੰਗਸ ਵੀ ਇਹਨਾਂ 'ਚ ਫਰਕ ਤਾਂ 2 ਹੀ ਹੁੰਦੀਆਂ ਨੇ। ਪ੍ਰੀਮੀਡੀਨ 3 ਹੁੰਦੇ ਨੇ, ਬਟ ਰਿੰਗ ਇਹਨਾਂ 'ਚ 1 1 1 ਕਰਕੇ ਕੁੱਲ ਹੀ 3 ਰਿੰਗਸ ਜਿਹੜੀਆਂ ਹੈਗੀਆਂ ਉਹ ਬਣਦੀਆਂ ਨੇ। ਸੋ ਯਾਦ ਰੱਖਣ ਦੇ ਤਰੀਕੇ ਇਹ, ਹੋਰ ਕੁਝ ਵੀ ਨਹੀਂ ਹੈਗਾ। 1 2 ਵਾਰੀ ਪੜ੍ਹ ਲਓਗੇ ਵੈਸੇ ਹੀ ਯਾਦ ਹੋ ਜਾਣਗੇ ਤੁਹਾਨੂੰ। ਸੋ ਇਹ ਸੀਗੇ ਬੇਟਾ ਆਪਣੇ ਕੋਲੇ ਨਾਈਟ੍ਰੋਜਨ ਬੇਸ। ਸੋ ਨਾਈਟ੍ਰੋਜਨ ਬੇਸ ਜਿਹੜਾ ਹੈਗਾ ਇਹਦੇ ਵਿੱਚੋਂ ਹੁਣ DNA ਤੇ RNA ਦੇ ਅਕੋਰਡਿੰਗਲੀ ਵੀ ਥੋੜ੍ਹਾ ਜਿਹਾ ਇਹਦਾ ਫਰਕ ਦੱਸ ਦਿੰਦਾ ਤੁਹਾਨੂੰ। ਮੈਂ ਤੁਹਾਨੂੰ ਕਿਹਾ ਸੀ ਕਿ 5 ਦੇ ਵਿੱਚੋਂ ਕੋਈ ਇੱਕ ਪ੍ਰੈਜ਼ੈਂਟ ਹੋਊਗਾ, ਚਾਹੀਦੀ ਹੋਵੇ ਐਡੀਨਿਨ, ਚਾਹੀਦੀ ਹੋਵੇ ਗੋਨਿਨ, ਚਾਹੀਦੀ ਹੋਵੇ ਸਾਈਟੋਸਿਨ, ਚਾਹੀਦੀ ਹੋਵੇ ਥਾਇਆਮੀਨ, ਚਾਹੀਦੀ ਹੋਵੇ ਯੂਰਾਸਿਲ। ਬਟ ਜੇ ਗੱਲ ਆਉਂਦੀ ਹੈ DNA ਦੀ, DNA ਦਾ ਜਿਹੜਾ ਨਿਊਕਲੀਓਟਾਈਡ ਹੈ ਬੇਟਾ ਉਹਦੇ ਵਿੱਚ ਯੂਰਾਸਿਲ ਨਹੀਂ ਹੋਊਗਾ। ਇਹਦਾ ਮਤਲਬ DNA 'ਚ ਬਾਕੀ 4 ਹੋ ਸਕਦੇ ਨੇ, ਐਡੀਨਿਨ, ਗੋਨਿਨ, ਸਾਈਟੋਸਿਨ ਐਂਡ ਥਾਇਆਮੀਨ। ਤੇ ਜੇ ਗੱਲ ਕਰੀਏ RNA ਦੀ, ਤਾਂ RNA ਦੇ ਵਿੱਚ ਥਾਇਆਮੀਨ ਨਹੀਂ ਹੋਊਗਾ। ਤਾਂ ਇਹ 'ਚ ਕਿਹੜੇ ਹੋ ਸਕਦੇ ਨੇ, ਐਡੀਨਿਨ, ਗੋਨਿਨ, ਸਾਈਟੋਸਿਨ, ਥਾਇਆਮੀਨ ਐਂਡ ਯੂਰਾਸਿਲ। ਮਤਲਬ ਕੀ ਆ ਗਿਆ ਸਾਡੇ ਕੋਲੇ ਕਿ DNA ਹੈ, ਚਾਹੀਦੀ ਹੈਗਾ RNA, ਐਡੀਨਿਨ, ਗੋਨਿਨ, ਸਾਈਟੋਸਿਨ ਤਾਂ ਹੋਣਗੇ ਹੀ ਹੋਣਗੇ। ਫਰਕ ਸਿਰਫ ਕਿੱਥੇ ਆ ਗਿਆ, ਥਾਇਆਮੀਨ ਤੇ ਯੂਰਾਸਿਲ 'ਚ। ਇਹ 'ਚ DNA 'ਚ ਥਾਇਆਮੀਨ ਹੋਊਗਾ ਤੇ RNA 'ਚ ਕੀ ਹੋਊਗਾ, ਯੂਰਾਸਿਲ ਹੋਊਗਾ। ਸੋ ਇਹ 'ਚ ਲਿਖਿਆ ਹੋਇਆ ਥਾਇਆਮੀਨ ਇਜ਼ ਪ੍ਰੈਜ਼ੈਂਟ ਓਨਲੀ ਇਨ DNA ਐਂਡ ਯੂਰਾਸਿਲ ਪ੍ਰੈਜ਼ੈਂਟ ਓਨਲੀ ਇਨ RNA। ਸੋ ਇਹ ਬੇਟਾ ਆਪਣੇ ਕੋਲੇ ਸਭ ਤੋਂ ਪਹਿਲਾਂ ਆ ਗਿਆ ਨਾਈਟ੍ਰੋਜਨ ਬੇਸ। ਹੁਣ ਦੇਖੋ ਹੋਰ ਕੀ ਕੁਛ ਸੀ ਫਿਰ ਇਹਦੇ 'ਚ। ਇੱਕ ਨਿਊਕਲੀਓਟਾਈਡ ਦੇ 3 ਕੰਪੋਨੈਂਟ ਸੀ, ਕਿਹੜੇ ਕਿਹੜੇ ਯਾਦ ਕਰਵਾਇਆ ਆਪਾਂ, ਹੁਣੀ ਯਾਦ ਕਰਵਾਇਆ। ਕਿਹੜੇ ਕਿਹੜੇ 3 ਕੰਪੋਨੈਂਟ ਸੀ? ਪਹਿਲਾ ਕੰਪੋਨੈਂਟ ਜਿਹੜਾ ਇਸ ਦਾ ਸੀਗਾ ਨਾਈਟ੍ਰੋਜਨ ਬੇਸ, ਦੂਸਰਾ ਕੰਪੋਨੈਂਟ ਇਸ ਦਾ ਸੀ ਸ਼ੂਗਰ ਮੋਲੀਕਿਊਲ, ਤੇ ਤੀਸਰਾ ਇਸ ਦਾ ਜਿਹੜਾ ਕੰਪੋਨੈਂਟ ਸੀ ਕੀ ਸੀਗਾ, ਉਹ ਫਾਸਫੇਟ ਗਰੁੱਪ। ਤਾਂ ਫਾਸਫੇਟ ਗਰੁੱਪ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ, ਉਹ ਤਾਂ ਇੱਕੋ ਹੀ ਗਰੁੱਪ ਹੈ, ਸਿੱਧਾ ਹੀ ਸਿੰਪਲ ਹੈ। ਨਾਈਟ੍ਰੋਜਨ ਬੇਸ ਦੀ ਸਾਰੀ ਕਹਾਣੀ ਆਪਾਂ ਕਲੀਅਰ ਕਰਤੀ। ਹੁਣ ਗੱਲ ਕਰਦੇ ਹਾਂ ਸ਼ੂਗਰ ਦੀ, ਕਿ ਕਿਹੜੇ ਕਿਹੜੇ ਸ਼ੂਗਰ ਮੋਲੀਕਿਊਲ ਹੋ ਸਕਦੇ ਨੇ DNA ਤੇ RNA ਦੇ ਵਿੱਚ ਪ੍ਰੈਜ਼ੈਂਟ। ਹਾਂਜੀ, ਤਾਂ ਇਸ ਪੈਂਟੋਜ਼ ਸ਼ੂਗਰ ਜਿਹੜੀ ਇਸ ਦੇ ਵਿੱਚ ਲੱਗੀ ਹੋਈ ਹੈ, ਇਸ ਪੈਂਟੋਜ਼ ਸ਼ੂਗਰ ਵੱਲ ਅਸੀਂ ਮੂਵ ਕਰਦੇ ਹਾਂ ਕਿ ਕਿਹੜੀ ਕਿਹੜੀ ਸ਼ੂਗਰ ਹੋ ਸਕਦੀ ਹੈ। ਤਾਂ 2 ਤਰ੍ਹਾਂ ਦੀਆਂ ਸ਼ੂਗਰ ਮੋਲੀਕਿਊਲ ਆਪਣੇ ਕੋਲ ਹੋ ਸਕਦੇ ਨੇ। ਇੱਕ ਤਾਂ ਹੋ ਸਕਦਾ ਬੇਟਾ ਰਾਈਬੋਜ਼ ਸ਼ੂਗਰ, ਤੇ ਦੂਸਰਾ ਸਾਡੇ ਕੋਲ ਹੋ ਸਕਦਾ ਹੈ ਡੀਆਕਸੀ ਰਾਈਬੋਜ਼ ਸ਼ੂਗਰ।
ਇਹ ਰਾਈਬੋਜ਼ ਤੇ ਡੀਆਕਸੀ ਰਾਈਬੋਜ਼ ਸ਼ੂਗਰ ਦੇ ਵਿੱਚ ਫਰਕ ਕੀ ਹੈ, ਕਿੱਥੇ ਕਿੱਥੇ ਪ੍ਰੈਜ਼ੈਂਟ ਹੁੰਦੇ ਨੇ, ਇਹ ਗੱਲ ਆਪਾਂ ਹੁਣੇ ਕਲੀਅਰ ਕਰ ਲਾਂਗੇ। ਬਟ ਉਸ ਤੋਂ ਪਹਿਲਾਂ ਤੁਸੀਂ ਇਹ ਗੱਲ ਦੇਖੋ ਕਿ ਜਿਹੜਾ ਆਪਣੇ ਕੋਲੇ ਹੁਣ ਨਾਈਟ੍ਰੋਜਨ ਬੇਸ ਸੀਗਾ ਇੱਥੇ, ਇਹ ਨਾਈਟ੍ਰੋਜਨ ਬੇਸ ਜਿਹੜਾ ਹੈਗਾ ਬੇਟਾ ਉਹ ਕਿਹਦੇ ਨਾਲ ਅਟੈਚਡ ਹੁੰਦਾ ਹੈ, ਉਹ ਸਾਡੀ ਪੈਂਟੋਜ਼ ਸ਼ੂਗਰ ਦੇ ਨਾਲ ਅਟੈਚਡ ਹੁੰਦਾ ਹੈ ਇੱਕ ਬੌਂਡ ਦੇ ਥਰੂ, ਜਿਹੜੇ ਬੌਂਡ ਨੂੰ ਅਸੀਂ ਬੋਲਦੇ ਹਾਂ ਐਨ ਗਲਾਈਕੋਸਿਡਿਕ ਲਿੰਕੇਜ। ਤਾਂ 1 ਨੰਬਰ ਕਾਰਬਨ ਤੇ ਲੱਗੂਗਾ ਇਹ, ਦੇਖੋ ਕਿਵੇਂ ਅਟੈਚ ਹੁੰਦਾ ਹੈ। ਹਾਂਜੀ, ਇਹ ਨਾਈਟ੍ਰੋਜਨ ਬੇਸ ਆ ਗਿਆ, 1 ਨੰਬਰ ਕਾਰਬਨ ਤੇ ਲੱਗ ਗਿਆ, ਕਿਹਦੇ ਨਾਲ ਲੱਗ ਗਿਆ, ਐਨ ਗਲਾਈਕੋਸਿਡਿਕ ਲਿੰਕੇਜ ਨਾਲ। ਹੁਣ ਐਨ ਗਲਾਈਕੋਸਿਡਿਕ ਲਿੰਕੇਜ ਨਾਲ ਜਦੋਂ ਨਾਈਟ੍ਰੋਜਨ ਬੇਸ ਤੇ ਪੈਂਟੋਜ਼ ਸ਼ੂਗਰ ਆਪਸ ਦੇ ਵਿੱਚ ਕੰਬਾਈਨ ਕਰ ਗਏ ਤਾਂ ਇਹਨਾਂ ਦੋਨਾਂ ਦੇ ਕੰਬੀਨੇਸ਼ਨ ਨਾਲ ਬਣ ਗਿਆ ਨਿਊਕਲੀਓਸਾਈਡ। ਤਾਂ ਯਾਦ ਕਰੋ, ਮੈਂ ਪਹਿਲਾਂ ਤਾਂ ਗੱਲ ਕੀਤੀ ਸੀ ਨਿਊਕਲੀਓਟਾਈਡ ਦੀ, ਜਿਹ 'ਚ 3 ਕੰਪੋਨੈਂਟ ਸੀ, ਸ਼ੂਗਰ, ਨਾਈਟ੍ਰੋਜਨ ਬੇਸ ਐਂਡ ਫਾਸਫੇਟ। ਉਹ 'ਚੋਂ ਫਾਸਫੇਟ ਨੂੰ ਇੱਕ ਵਾਰੀ ਸਾਈਡ 'ਤੇ ਰੱਖ ਦਿਓ, ਬਾਕੀ 2 ਚੀਜ਼ਾਂ ਦੀ ਗੱਲ ਕਰੋ, ਨਾਈਟ੍ਰੋਜਨ ਬੇਸ ਤੇ ਸ਼ੂਗਰ। ਨਾਈਟ੍ਰੋਜਨ ਬੇਸ ਤੇ ਸ਼ੂਗਰ ਜਦੋਂ ਆਪਸ ਦੇ ਵਿੱਚ ਕੰਬਾਈਨ ਕੀਤੇ ਹੋਏ ਆ ਨਾ, ਤਾਂ ਸਾਡੇ ਕੋਲੇ ਬਣਿਆ ਹੋਇਆ ਇੱਥੇ ਨਿਊਕਲੀਓਸਾਈਡ ਬਣਿਆ ਹੋਇਆ ਹੈ। ਤਾਂ ਹੁਣ ਜਿਹੜਾ ਨਿਊਕਲੀਓਸਾਈਡ ਬਣਿਆ ਹੋਇਆ ਨਾ, ਇਹ ਨਿਊਕਲੀਓਸਾਈਡਸ ਵੀ ਸਾਡੇ ਕੋਲੇ ਅਲੱਗ-ਅਲੱਗ ਤਰ੍ਹਾਂ ਦੇ ਹੋਣਗੇ। ਉਹ ਡਿਪੈਂਡ ਕਰਦਾ ਹੈ ਕਿ ਇਹਦੇ ਵਿੱਚ ਨਾਈਟ੍ਰੋਜਨ ਬੇਸ ਕਿਹੜਾ ਲੱਗਿਆ ਹੋਇਆ ਹੈ, ਤੇ ਦੂਸਰੀ ਗੱਲ ਤੇ ਡਿਪੈਂਡ ਕਰਦਾ ਹੈ ਕਿ ਇਹਦੇ ਵਿੱਚ ਸ਼ੂਗਰ ਕਿਹੜੀ ਲੱਗੀ ਹੋਈ ਹੈ। ਸਭ ਤੋਂ ਪਹਿਲਾਂ ਆਪਾਂ ਸ਼ੂਗਰ ਮੋਲੀਕਿਊਲ ਵਾਲੀ ਗੱਲ ਕਲੀਅਰ ਕਰਦੇ ਹਾਂ। ਤਾਂ ਸ਼ੂਗਰ ਮੋਲੀਕਿਊਲ ਜਿਹੜੇ ਹੈਗੇ ਨੇ ਬੇਟਾ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ 2 ਤਰ੍ਹਾਂ ਦੇ ਸ਼ੂਗਰ ਮੋਲੀਕਿਊਲ ਆਪਣੇ ਕੋਲੇ ਹੋ ਸਕਦੀ ਹੈ। ਕਿਹੜੇ-ਕਿਹੜੇ? ਇੱਕ ਤਾਂ ਰਾਈਬੋਜ਼ ਸ਼ੂਗਰ ਤੇ ਦੂਸਰੇ ਆਪਣੇ ਕੋਲੇ ਹੋ ਸਕਦੇ ਨੇ ਡੀਆਕਸੀ ਰਾਈਬੋਜ਼ ਸ਼ੂਗਰ। ਤਾਂ ਜੇ ਤਾਂ ਅਸੀਂ ਗੱਲ ਕਰੀਏ ਰਾਈਬੋਜ਼ ਸ਼ੂਗਰ ਦੀ, ਰਾਈਬੋਜ਼ ਇੱਕ ਪੈਂਟੋਜ਼ ਸ਼ੂਗਰ ਹੈ। ਤਾਂ ਇਸ ਪੈਂਟੋਜ਼ ਸ਼ੂਗਰ ਦੇ ਵਿੱਚ ਆਪਣੇ ਕੋਲੇ ਹੁੰਦਾ ਕੀ ਹੈ, ਇਸ ਤਰੀਕੇ ਦਾ ਇਹਦਾ ਸਟਰਕਚਰ ਹੁੰਦਾ ਹੈ ਪੈਂਟੋਜ਼ ਸ਼ੂਗਰ ਦਾ। ਇਸ ਪੈਂਟੋਜ਼ ਸ਼ੂਗਰ ਦੇ ਵਿੱਚ ਕਾਰਬਨ ਨੰਬਰ 1 2 3 4 5 ਇਸ ਤਰੀਕੇ ਕਰਕੇ ਕਾਰਬਨਸ ਨੇ। ਕਾਰਬਨ ਨੰਬਰ 1 ਜਿਹੜੀ ਹੈਗੀ ਹੈ, ਇਹਦੇ ਉੱਤੇ ਲੱਗਿਆ ਹੋਇਆ ਹਾਈਡਰੋਜਨ ਹਾਈਡਰੋਕਸਲ। ਕਾਰਬਨ ਨੰਬਰ 2 ਤੇ ਵੀ ਹਾਈਡਰੋਜਨ ਐਂਡ ਹਾਈਡਰੋਕਸਲ। 3 ਦੇ ਉੱਤੇ ਵੀ ਉਸੇ ਤਰੀਕੇ ਨਾਲ ਹੀ ਹਾਈਡਰੋਜਨ ਲੱਗਿਆ ਹੋਇਆ, ਹਾਈਡਰੋਕਸਲ ਗਰੁੱਪ ਲੱਗਿਆ ਹੋਇਆ ਹੈ। 4 ਨੰਬਰ ਦੇ ਇੱਕ ਸਾਈਡ 'ਤੇ ਲੱਗਿਆ ਹੋਇਆ ਹਾਈਡਰੋਜਨ, ਦੂਸਰਾ ਆਪਣੇ ਕੋਲੇ ਹੈ CH2OH। ਸੋ ਓਵਰਆਲ ਜੇ ਦੇਖਿਆ ਜਾਵੇ ਇਹਦੇ ਕੋਲੇ 5 ਤਾਂ ਹੋ ਗਈਆਂ ਕਾਰਬਨਸ, 1 2 3 4 ਤੇ 5 ਦਾ ਹੋ ਗਈਆਂ ਕਾਰਬਨ। ਸੋ ਫਾਰਮੂਲਾ ਬਣ ਗਿਆ C5। ਤੇ ਜਿਹੜਾ ਆਪਣੇ ਕੋਲੇ ਆ ਗਈਆਂ ਹਾਈਡਰੋਜਨਸ ਦੀ ਗੱਲ, 2 3 4 5 6 7 8 9 10 ਹੋ ਗਈਆਂ ਜੀ ਹਾਈਡਰੋਜਨਸ। ਤੇ ਜੇ ਗੱਲ ਕਰੀਏ ਆਕਸੀਜਨਸ ਦੀ, ਆਕਸੀਜਨ ਵੀ ਇਹ 'ਚ ਹੋ ਗਈਆਂ 1 2 3 4 ਤੇ ਆ 5ਵੀਂ ਪਈ ਹੈ ਰਿੰਗ ਦੇ ਵਿੱਚ 5, C5H10O5 ਰਾਈਬੋਜ਼ ਸ਼ੂਗਰ ਆ ਗਈ ਸਾਡੇ ਕੋਲੇ। ਹੁਣ ਰਾਈਬੋਜ਼ ਸ਼ੂਗਰ ਜਿਹੜੀ ਹੈਗੀ ਹੈ, ਦਿਸ ਵਿਲ ਬੀ ਪ੍ਰੈਜ਼ੈਂਟ ਇਨ RNA। ਤੇ ਜੇ ਅਸੀਂ ਗੱਲ ਕਰੀਏ DNA ਦੀ, DNA ਜਾਊਗਾ ਡੀਆਕਸੀ ਰਾਈਬੋਜ਼ ਸ਼ੂਗਰ। ਫਰਕ ਕੀ ਹੈ? ਫਰਕ ਕਾਰਬਨ ਨੰਬਰ 2 ਤੇ ਆ ਜਾਓ। ਇੱਧਰ ਮੈਂ ਕਾਰਬਨ ਨੰਬਰ 2 ਤੋਂ ਇੱਕ ਹਾਈਡਰੋਜਨ ਡਿਲੀਟ ਕਰ ਰਹੇ ਹਾਂ। ਦੇਖੋ ਰੱਬ ਹੁੰਦੀ ਤੁਹਾਨੂੰ ਦਿਖਾਈ ਦੇ ਰਹੀ ਹੋਊਗੀ ਕਿ ਇੱਧਰੋਂ ਇੱਕ ਹਾਈਡਰੋਜਨ ਮੈਂ ਕਰਤੀ, ਸੌਰੀ ਇੱਕ ਆਕਸੀਜਨ ਜਿਹੜੀ ਹੈਗੀ ਮੈਂ ਕਰਤੀ ਗਾਇਬ। ਤਾਂ ਕਾਰਬਨ ਨੰਬਰ 2 ਦੇ ਉੱਤੇ ਕੱਲਾ ਹਾਈਡਰੋਜਨ ਰਹਿ ਗਿਆ। ਇੱਕ ਆਕਸੀਜਨ ਘਟਾਤੀ ਨਾ, ਜਦੋਂ ਆਕਸੀਜਨ ਘਟਾਤੀ ਕੀ ਹੋ ਗਿਆ, ਉਹੀ ਰਾਈਬੋਜ਼ ਜਿਹਨੂੰ ਡੀਆਕਸੀਜਨੇਟ ਕਰਤਾ। ਕਹਿੰਦਾ ਮਤਲਬ ਇੱਕ ਆਕਸੀਜਨ ਘਟਾਤੀ, ਜਦੋਂ ਇੱਕ ਆਕਸੀਜਨ ਘਟਾਤੀ ਤਾਂ ਉਹੀ ਰਾਈਬੋਜ਼ ਕੀ ਬਣ ਗਿਆ, ਡੀਆਕਸੀ ਰਾਈਬੋਜ਼ ਬਣ ਗਿਆ। ਤਾਂ ਡੀਆਕਸੀ ਰਾਈਬੋਜ਼ ਦਾ ਫਾਰਮੂਲਾ ਕੀ ਬਣ ਜੂ ਫਿਰ, C5H10O4। ਸੋ ਫਰਕ ਕਿੱਥੇ ਹੈ, ਕਾਰਬਨ ਨੰਬਰ 2 ਤੇ ਹੈ। ਕਾਹਦਾ, ਇੱਕ ਆਕਸੀਜਨ ਘੱਟ ਹੈ। ਸੋ ਇਹ ਹੋ ਗਿਆ ਆਪਣੇ ਕੋਲੇ 2 ਤਰ੍ਹਾਂ ਦੇ ਸ਼ੂਗਰ ਮੋਲੀਕਿਊਲ, ਰਾਈਬੋਜ਼ ਸ਼ੂਗਰ ਤੇ ਡੀਆਕਸੀ ਰਾਈਬੋਜ਼ ਸ਼ੂਗਰ। ਸੋ ਇਸ ਬੇਸ ਤੇ ਕਿਹੜੇ ਆਪਣੇ ਕੋਲੇ ਜਿਹੜੇ ਹੈਗੇ ਨੇ ਉਹ ਨਾਈਟ੍ਰੋਜਨ ਬੇਸਿਸ ਜਿਹੜੇ ਹੈਗੇ ਆ ਆਪਣੇ ਕੋਲੇ, ਕਿਹੜੇ ਤਰ੍ਹਾਂ ਦੇ ਨਿਊਕਲੀਓਸਾਈਡਸ ਹੋ ਸਕਦੇ ਨੇ, ਉਹਨਾਂ ਦੀ ਅਸੀਂ ਗੱਲ ਕਰਦੇ ਹਾਂ। ਸੋ ਨਿਊਕਲੀਓਸਾਈਡਸ RNA ਦੇ ਤੇ ਨਿਊਕਲੀਓਸਾਈਡਸ DNA ਦੇ। ਹੁਣ ਫਰਕ ਕੀ ਹੈ DNA ਤੇ RNA ਵਾਲਿਆਂ ਦੇ ਵਿੱਚ? ਦੇਖੋ ਪਹਿਲਾ ਫਰਕ ਤਾਂ ਸ਼ੂਗਰ ਦਾ ਸੀ, ਉਹ ਤਾਂ ਗੱਲ ਕਲੀਅਰ ਕਰਤੀ ਕਿ ਇੱਧਰ ਰਾਈਬੋਜ਼ ਸ਼ੂਗਰ ਹੈ ਤੇ ਇੱਧਰ ਕੀ ਹੈ, ਡੀਆਕਸੀ ਰਾਈਬੋਜ਼ ਸ਼ੂਗਰ ਹੈ। ਦੂਜਾ ਫਰਕ ਹੈ ਨਾਈਟ੍ਰੋਜਨ ਬੇਸਿਸ ਦਾ, ਇੱਧਰ ਹੈ ਐਡੀਨਿਨ, ਗਵਾਨਿਨ, ਸਾਈਟੋਸਿਨ ਐਂਡ ਯੂਰਾਸਿਲ। ਐਡੀਨਿਨ, ਗਵਾਨਿਨ, ਸਾਈਟੋਸਿਨ ਐਂਡ ਥਾਇਆਮੀਨ। ਫਰਕ ਕਿੱਥੇ ਆ ਗਿਆ, ਫਰਕ ਸਿਰਫ ਤੇ ਸਿਰਫ ਇੱਥੇ ਆਇਆ, ਯੂਰਾਸਿਲ ਹੈ ਕਿ ਥਾਇਮੀਨ ਲੱਗਿਆ ਹੈ। ਇਹ ਯੂਰਾਸਿਲ ਲੱਗਿਆ ਹੋਇਆ ਹੈ ਤਾਂ ਉਹ ਨਿਊਕਲੀਓਸਾਈਡ ਕਾਹਦਾ ਹੋਊਗਾ, RNA ਦਾ। ਜੇ ਥਾਇਮੀਨ ਲੱਗਿਆ ਤਾਂ ਕਾਹਦਾ ਹੋਊਗਾ, ਉਹ DNA ਦਾ ਹੋਊਗਾ। ਤਾਂ ਦੇਖੋ ਫਿਰ ਕਿਹੜੇ ਨੇ ਆਪਣੇ ਕੋਲੇ। ਜੇ ਤਾਂ ਦੇਖੋ ਆਪਣੇ ਕੋਲੇ ਲੱਗੀ ਹੋਈ ਹੈ ਐਡੀਨਿਨ, ਫਿਰ ਤਾਂ ਹੋ ਗਿਆ ਆਪਣੇ ਕੋਲੇ ਐਡੀਨੋਸੀਨ
ਇੱਧਰ ਕੀ ਹੋ ਗਿਆ ਡੀਆਕਸੀ ਐਡੀਨੋਸਿਨ। ਤਾਂ ਇਹ ਨਿਊਕਲੀਓਸਾਈਡ ਹੈ। ਹੁਣ ਜੇ ਆਪਣੇ ਕੋਲੇ ਲੱਗੀ ਹੋਈ ਹੈ ਗੁਆਇਨੋਸਿਨ, ਗੁਆਨਿਨ ਜਿਹੜੀ ਲੱਗੀ ਹੋਈ ਹੈ ਤਾਂ ਬਣ ਗਿਆ ਗੁਆਇਨੋਸਿਨ, ਅਤੇ ਇੱਧਰ ਕੀ ਬਣ ਗਿਆ ਡੀਆਕਸੀ ਗੁਆਇਨੋਸਿਨ। ਅਤੇ ਜੇ ਸਾਡੇ ਕੋਲ ਲੱਗਿਆ ਹੋਇਆ ਸਾਈਟੋਸਿਨ ਲੱਗੀ ਹੋਈ ਹੈ ਤਾਂ ਇੱਧਰ ਬਣ ਗਿਆ ਸਾਈਟੀਡੀਨ, ਅਤੇ ਇੱਧਰ ਬਣ ਗਿਆ ਡੀਆਕਸੀ ਸਾਈਟੀਡੀਨ। ਅਤੇ ਚੌਥਾ ਕਿਹੜਾ ਆ ਗਿਆ ਫਿਰ ਆਪਣੇ ਕੋਲੇ, ਚੌਥਾ ਹੁਣ ਅਲੱਗ ਅਲੱਗ ਹੈ। ਜੇ ਤਾਂ ਲੱਗੀ ਹੋਈ ਹੈ ਯੂਰੀਡੀਨ ਲੱਗੀ ਹੋਈ ਹੈ ਤਾਂ ਯੂਰਾਸਿਲ ਲੱਗਿਆ ਹੋਇਆ ਹੈ, ਦੇਖੋ ਯੂਰਾਸਿਲ ਔਰ ਥਾਇਮੀਨ, ਇੱਥੇ ਔਰ ਕਰਤਾ ਇਹਨੇ, ਯੂਰਾਸਿਲ ਲੱਗਿਆ ਹੋਇਆ ਤਾਂ ਯੂਰੀਡੀਨ ਬਣ ਜੂ, ਥਾਇਮੀਨ ਲੱਗਿਆ ਤਾਂ ਡੀਆਕਸੀ ਥਾਇਮੀਡੀਨ ਬਣ ਜੂ। ਤਾਂ ਇਸ ਤਰੀਕੇ ਨਾਲ ਸਾਡੇ ਕੋਲੇ ਕੁੱਲ 8 ਤਰ੍ਹਾਂ ਦੇ ਨਿਊਕਲੀਓਸਾਈਡਸ ਨੇ, ਜਿਹ 'ਚੋਂ 4 ਨਿਊਕਲੀਓਸਾਈਡਸ ਤਾਂ ਜਿਹੜੇ ਹੈਗੇ ਨੇ ਉਹ RNA ਦੇ ਨੇ, ਅਤੇ 4 ਨਿਊਕਲੀਓਸਾਈਡ ਕਿਹਦੇ ਨੇ ਉਹ DNA ਦੇ ਨੇ। ਤਾਂ ਅਡੀਨੋਸੀਨ, ਗੁਆਇਨੋਸੀਨ, ਸਾਈਟੀਡੀਨ, ਯੂਰੀਡੀਨ, ਅਤੇ DNA ਦੇ ਡੀਆਕਸੀ ਐਡੀਨੋਸੀਨ, ਡੀਆਕਸੀ ਗੁਆਇਨੋਸੀਨ, ਡੀਆਕਸੀ ਸਾਈਟੀਡੀਨ, ਡੀਆਕਸੀ ਥਾਇਮੀਡੀਨ। ਤਾਂ ਇਹ ਸੀਗਾ ਆਪਣੇ ਕੋਲੇ ਨਾਈਟ੍ਰੋਜਨ ਬੇਸਿਸ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ, ਜਾਂ ਸ਼ੂਗਰ ਮੋਲੀਕਿਊਲ ਅਲੱਗ-ਅਲੱਗ ਤਰ੍ਹਾਂ ਦੇ ਜਦੋਂ ਲੱਗ ਜਾਂਦੇ ਨੇ ਤਾਂ ਕਿਹੋ ਜਿਹੇ ਨਿਊਕਲੀਓਸਾਈਡ ਬਣਦੇ ਨੇ। ਯਾਦ ਰੱਖੋ ਬੇਟਾ ਗੱਲ, ਹਜੇ ਅਸੀਂ ਗੱਲ ਨਿਊਕਲੀਓਸਾਈਡ ਤੱਕ ਹੀ ਕੀਤੀ ਹੈ, ਨਿਊਕਲੀਓਟਾਈਡ ਤੱਕ ਨਹੀਂ ਪਹੁੰਚੇ ਹਜੇ। ਨਿਊਕਲੀਓਟਾਈਡ ਤੱਕ ਕਦੋਂ ਪਹੁੰਚਾਂਗੇ, ਜਦੋਂ ਸਾਡੀ ਇਸ ਸ਼ੂਗਰ ਦੇ ਨਾਲ ਇੱਕ ਗਰੁੱਪ ਹੋਰ ਲੱਗੂਗਾ ਜਿਹਨੂੰ ਅਸੀਂ ਕੀ ਨਾਮ ਦੇਵਾਂਗੇ ਫਾਸਫੇਟ ਗਰੁੱਪ। ਜਦੋਂ ਤੱਕ ਫਾਸਫੇਟ ਗਰੁੱਪ ਨਹੀਂ ਲੱਗਿਆ ਉਦੋਂ ਤੱਕ ਹਜੇ ਇਹ ਆਪਣੇ ਕੋਲੇ ਨਿਊਕਲੀਓਸਾਈਡ ਹੀ ਨੇ। ਤਾਂ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਨਾਈਟ੍ਰੋਜਨ ਬੇਸ ਜਿਹੜਾ ਹੈਗਾ ਉਹ ਜਦੋਂ ਕੰਬਾਈਨ ਕਰ ਰਿਹਾ ਹੈ ਕਿਹਦੇ ਨਾਲ, ਸ਼ੂਗਰ ਨਾਲ। ਨਾਈਟ੍ਰੋਜਨ ਬੇਸ ਆ ਪਿਆ, ਸ਼ੂਗਰ ਆ ਪਈ ਹੈ, ਪੈਂਟੋਸ ਸ਼ੂਗਰ ਹੈ, ਕੰਬਾਈਨ ਕਰ ਗਏ ਤਾਂ ਇਹਨਾਂ ਦੋਨਾਂ ਦੇ ਕੰਬੀਨੇਸ਼ਨ ਨੂੰ ਕੀ ਕਹਿਤਾ ਜੀ ਅਸੀਂ, ਇਹਨਾਂ ਦੋਨਾਂ ਦੇ ਕੰਬੀਨੇਸ਼ਨ ਨੂੰ ਕਹਿਤਾ ਨਿਊਕਲੀਓਸਾਈਡ। ਹੁਣ ਨਾਲ ਇਹਦੇ ਕੀ ਲੱਗ ਗਿਆ, ਫਾਸਫੇਟ ਗਰੁੱਪ ਵੀ ਲੱਗ ਗਿਆ। ਕਿੰਨੇ ਨੰਬਰ ਕਾਰਬਨ 'ਤੇ ਲੱਗ ਗਿਆ, 5 ਨੰਬਰ ਕਾਰਬਨ 'ਤੇ। ਪੋਜੀਸ਼ਨਸ ਬੜੀਆਂ ਇੰਪੋਰਟੈਂਟ ਨੇ, ਯਾਦ ਰੱਖਿਓ। ਇੱਕ ਪੈਂਟੋਸ ਸ਼ੂਗਰ ਦੀ 1 ਨੰਬਰ ਕਾਰਬਨ 'ਤੇ ਤਾਂ ਨਾਈਟ੍ਰੋਜਨ ਬੇਸ ਲੱਗਿਆ ਹੈ, ਅਤੇ 5 ਨੰਬਰ 'ਤੇ ਲੱਗਿਆ ਫਾਸਫੇਟ ਗਰੁੱਪ। ਤਾਂ ਇਹ ਤਿੰਨੇ ਚੀਜ਼ਾਂ ਮਿਲ ਕੇ ਬਣ ਕੀ ਗਈਆਂ, ਨਿਊਕਲੀਓਟਾਈਡ ਬਣ ਗਿਆ। ਤਾਂ ਇਹ ਡੀਆਕਸੀ ਰਾਈਬੋ ਨਿਊਕਲੀਓਟਾਈਡ ਕਹਿ ਦਾਂਗੇ ਜੇ ਇਹਦੇ 'ਚ ਕਿਹੜੀ ਸ਼ੂਗਰ ਲੱਗੀ ਹੈ, ਡੀਆਕਸੀ ਰਾਈਬੋਸ ਸ਼ੂਗਰ ਲੱਗੀ ਹੈ। ਤਾਂ ਹੁਣ ਆਪਣੇ ਕੋਲੇ ਬੇਟਾ ਅੱਗੇ ਗੱਲ ਕਰਦਾ ਹੈ ਕਿ RNA ਦੇ ਵਿੱਚ ਨਿਊਕਲੀਓਟਾਈਡ ਦੇ ਕੋਲੇ ਕੀ ਹੁੰਦਾ ਹੈ, ਐਡੀਸ਼ਨਲ ਹਾਈਡਰੋਕਸਿਲ ਗਰੁੱਪ ਹੁੰਦਾ ਹੈ। ਤਾਂ ਇਹ ਰਾਈਬੋਸ ਅਤੇ ਡੀਆਕਸੀ ਰਾਈਬੋਸ ਸ਼ੂਗਰ ਦੀ ਬੇਟਾ ਇੱਥੇ ਗੱਲ ਕੀਤੀ ਹੋਈ ਹੈ। ਤਾਂ ਹੁਣ ਅੱਗੇ ਲਿੰਕੇਜ, ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼, ਕਿ ਇੱਕ ਨਿਊਕਲੀਓਟਾਈਡ ਹੈ, ਇਹ ਫਾਸਫੇਟ ਗਰੁੱਪ ਲੱਗਿਆ ਹੋਇਆ, ਨਿਊਕਲੀਓਟਾਈਡ ਬਣ ਗਿਆ। ਆਹ ਇੱਕ ਹੋਰ ਨਿਊਕਲੀਓਟਾਈਡ ਹੈ, ਇਹ ਦੋਨੇ ਆਪਸ 'ਚ ਕੰਬਾਈਨ ਕਰ ਗਏ। ਕਿਵੇਂ ਕੰਬਾਈਨ ਕਰ ਗਏ, ਕੀ ਹੋ ਗਿਆ, ਇਸ ਦੀ 5 ਨੰਬਰ ਕਾਰਬਨ ਦੇ ਨਾਲ ਲੱਗਿਆ ਜਿਹੜਾ ਫਾਸਫੇਟ ਗਰੁੱਪ ਸੀਗਾ ਉਹ ਦੂਸਰੇ ਦੇ ਨਾਲ 3 ਨੰਬਰ ਕਾਰਬਨ 'ਤੇ ਅਟੈਚ ਹੋ ਗਿਆ। ਇਹਦਾ ਮਤਲਬ 3 ਐਂਡ ਅਤੇ 5 ਐਂਡ ਇਹ ਜਿਹੜੇ ਹੈਗੇ ਨੇ ਕੰਬਾਈਨ ਕਰ ਗਏ ਥਰੂ ਫਾਸਫੇਟ ਗਰੁੱਪ, ਵਿੱਚ ਫਾਸਫੇਟ ਗਰੁੱਪ ਲੱਗਿਆ ਸੀ। ਤਾਂ ਇਹੋ ਜਿਹਾ ਜਿਹੜਾ ਬੌਂਡ ਬਣ ਗਿਆ, ਦਿਸ ਬੌਂਡ ਇਜ਼ ਕਾਲਡ ਫਾਸਫੋਡਾਈਐਸਟਰ ਬੌਂਡ। ਇਹ ਬੌਂਡ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਬੇਟਾ। ਬਾਇਓਮੋਲੀਕਿਊਲ ਚੈਪਟਰ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਆਪਣੇ ਕੋਲੇ ਕਾਰਬੋਹਾਈਡਰੇਟ ਹੁੰਦਾ, ਪੋਲੀਸੈਕਰਾਈਡ ਹੁੰਦਾ, ਉਹ ਮੋਨੋਸੈਕਰਾਈਡ ਤੋਂ ਬਣਦਾ, ਕਿਹਦੇ ਨਾਲ ਬਣਦਾ, ਗਲਾਈਕੋਸਿਡਿਕ ਲਿੰਕੇਜ ਨਾਲ। ਤਾਂ ਇਸੇ ਤਰੀਕੇ ਨਾਲ ਹੀ ਅਮਾਈਨੋ ਐਸਿਡਸ ਤੋਂ ਪ੍ਰੋਟੀਨ ਬਣਦਾ। ਕਿਹੜੇ ਬੌਂਡ ਬਣਦੇ ਨੇ, ਪੈਪਟਾਈਡ ਬੌਂਡ। ਤਾਂ ਬਿਲਕੁਲ ਉਸੇ ਤਰੀਕੇ ਨਾਲ ਹੀ ਅਲੱਗ-ਅਲੱਗ ਨਿਊਕਲੀਓਟਾਈਡਸ ਆਪਸ ਦੇ ਵਿੱਚ ਕੰਬਾਈਨ ਕਰਕੇ ਪੋਲੀ ਨਿਊਕਲੀਓਟਾਈਡ ਬਣਾਉਂਦੇ ਨੇ। ਤਾਂ ਕਿਹਦੇ ਥਰੂ ਬਣਾਉਂਦੇ ਨੇ ਬੇਟਾ, ਉਹ ਬਣਾਉਂਦੇ ਨੇ ਫਾਸਫੋਡਾਈਐਸਟਰ ਬੌਂਡ ਦੇ ਥਰੂ, ਇੱਕ ਦੂਜੇ ਨਾਲ ਅਟੈਚ ਹੁੰਦੇ ਨੇ। ਤਾਂ ਇਹ ਅਟੈਚ ਹੋ ਕੇ ਜਿਹੜਾ ਇਹ ਬੌਂਡ ਬਣ ਗਿਆ, ਦਿਸ ਬੌਂਡ ਇਜ਼ ਕਾਲਡ ਫਾਸਫੋਡਾਈਐਸਟਰ ਬੌਂਡ। ਇਹ ਡਾਈ ਨਿਊਕਲੀਓਟਾਈਡ ਹੈ, 3 ਜੁੜ ਜਾਣਗੇ, 4 ਜੁੜ ਜਾਣਗੇ, ਮਲਟੀਪਲ ਹੋ ਜਾਣਗੇ ਤਾਂ ਪੋਲੀ ਨਿਊਕਲੀਓਟਾਈਡ ਬਣ ਜੂਗਾ। So when more polynucleotides are linked it form polynucleotide। देखो ਤੁਹਾਡੇ ਸਾਹਮਣੇ ਬਣ ਰਿਹਾ ਇਹ ਕਿਸ ਤਰੀਕੇ ਨਾਲ ਜਿਹੜਾ ਹੈਗਾ 1 2 3 4 ਕੰਬਾਈਨ ਕਰ ਗਏ ਤਾਂ ਪੋਲੀਨਿਊਕਲੀਓਟਾਈਡ ਬਣ ਗਏ। ਆਈ ਥਿੰਕ ਕਿ ਹੁਣ ਤੱਕ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਊਗੀ ਕਿ ਪੋਲੀਨਿਊਕਲੀਓਟਾਈਡ ਕਿਵੇਂ ਬਣਦੇ ਆ। ਇਸ ਤੋਂ ਅੱਗੇ ਦੀ ਗੱਲ ਕਰਦੇ ਹਾਂ ਹੁਣ। ਹਾਂਜੀ, ਹੁਣ ਇਹ DNA ਨੂੰ ਜਿਹੜਾ ਹੈਗਾ ਫਰੈਡਰਿਕ ਮਿਸ਼ਰ ਨੇ 1869 ਦੇ ਵਿੱਚ ਆਇਡੈਂਟੀਫਾਈ ਕੀਤਾ। ਫਿਰ DNA ਦਾ ਸਟਰਕਚਰ ਪ੍ਰਪੋਜ਼ ਕੀਤਾ ਵਾਟਸਨ ਅਤੇ ਕ੍ਰਿਕ ਨੇ, ਡਬਲ ਹੈਲੀਕਲ ਮਾਡਲ ਜਿਹਨੂੰ ਪੜ੍ਹਨਾ ਆਪਾਂ ਨੇ, ਜਿਹਦੇ ਲਈ ਇਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ।
ਹੁਣ ਅਸਲ ਦੇ ਵਿੱਚ ਵਾਟਸਨ ਦੇ ਕ੍ਰਿਕ ਦਾ ਜਿਹੜਾ ਮਾਡਲ ਸੀਗਾ ਨਾ ਇਹ ਜਿਹੜਾ ਹੈਗਾ ਵਿਲਕਿੰਸ ਤੇ ਫਰੈਂਕਲਿਨ ਦਾ ਜਿਹੜਾ ਹੈਗਾ ਐਕਸਰੇ ਡਾਇਫਰੈਕਸ਼ਨ ਸਟੱਡੀ ਸੀ, ਉਸ ਬੇਸ ਦੇ ਉੱਤੇ ਇਹਨਾਂ ਨੇ ਆਪਣਾ ਮਾਡਲ ਬਣਾਇਆ ਸੀ। ਵਿਲਕਿੰਸ ਤੇ ਫਰੈਂਕਲਿਨ ਨੇ ਇੱਕ ਕਾਨਫਰੰਸ ਦੇ ਵਿੱਚ ਕੁਝ ਟਾਈਮ ਦੇ ਲਈ ਆਪਣੀ ਜਿਹੜੀਆਂ ਐਕਸਰੇ ਡਾਇਫਰੈਕਸ਼ਨ ਸਟੱਡੀ ਦੀ ਜਿਹੜੀ ਸਲਾਈਡ ਸੀ ਉਹਨੂੰ ਡਿਸਪਲੇ ਕੀਤਾ ਸੀ, ਵਿਖਾਇਆ ਸੀਗਾ। ਤਾਂ ਇਹ ਪੈਰਲਲ ਵਾਟਸਨ ਤੇ ਕ੍ਰਿਕ ਕੰਮ ਕਰ ਰਹੇ ਸੀ। ਦੇ ਹੈਵ ਗੋਟ ਆਈਡੀਆ ਫਰੋਮ ਵਿਲਕਿੰਸ ਤੇ ਫਰੈਂਕਲਿਨ, ਇਹਨਾਂ ਦੀ ਸਟੱਡੀ ਤੋਂ ਇਹਨਾਂ ਨੂੰ ਆਈਡੀਆ ਮਿਲਿਆ ਅਤੇ ਉਸ ਆਈਡੀਆ ਨੂੰ ਜਦੋਂ ਇਹਨਾਂ ਨੇ ਐਲੈਬੋਰੇਟ ਕੀਤਾ ਤਾਂ ਇਹਨਾਂ ਨੇ ਸਾਨੂੰ ਇੱਕ ਵਧੀਆ ਮਾਡਲ ਪ੍ਰਪੋਜ਼ ਕਰਕੇ ਦਿੱਤਾ ਵਾਟਸਨ ਤੇ ਕ੍ਰਿਕ ਦਾ। ਫॉर दैट ਦੇ ਹੈਵ ਗੋਟ ਨੋਬਲ ਪ੍ਰਾਈਜ਼। ਸੋ ਉਹ ਮਾਡਲ ਅਸੀਂ ਜਿਹੜਾ ਹੈਗਾ ਵਾਟਸਨ ਤੇ ਕ੍ਰਿਕ ਦਾ ਸਟਰਕਚਰ ਜਿਹੜਾ ਹੈਗਾ DNA ਦਾ ਪੜ੍ਹਨਾ ਹੈ। ਸੋ ਹੁਣ ਅਸੀਂ ਬੇਟਾ ਗੱਲ ਕਰ ਰਹੇ ਹਾਂ ਵਾਟਸਨ ਐਂਡ ਕ੍ਰਿਕ ਮਾਡਲ ਆਫ DNA। ਤਾਂ ਇਸ ਨੂੰ ਜਿਹੜਾ ਹੈਗਾ ਆਪਾਂ ਫਿਜ਼ੀਕਲ ਸਟਰਕਚਰ ਦੇ ਵਿੱਚ ਵੀ ਜਿਹੜਾ ਹੈਗਾ ਇਸ ਨੂੰ ਡਿਸਕਸ ਕਰਦੇ ਹਾਂ ਕਿ ਕੀ ਇਹ ਮਾਡਲ ਹੈਗਾ। ਅਕੋਰਡਿੰਗ ਟੂ ਦਿਸ ਮਾਡਲ DNA ਜਿਹੜਾ ਹੈਗਾ 2 ਪੈਰਲਲ ਚੇਨਸ ਦਾ ਬਣਿਆ ਹੋਇਆ ਹੈ। ਹੁਣ ਤੁਸੀਂ ਸਮਝੋ, ਆਪਾਂ ਹੁਣ ਤੱਕ ਤਾਂ ਇੰਨੀ ਗੱਲ ਕੀਤੀ ਹੈ ਵੀ ਆਹ ਇੱਕ ਜਿਹੜਾ ਹੈਗਾ ਸ਼ੂਗਰ ਮੋਲੀਕਿਊਲ ਹੈ, ਇਹਦੇ ਨਾਲ ਲੱਗਿਆ ਹੋਇਆ ਫਾਸਫੇਟ ਹੈ, ਇਹਦੇ ਨਾਲ ਲੱਗੀ ਕੋਈ ਵੀ ਸ਼ੂਗਰ ਹੈ, ਸਪੋਜ਼ ਐਡੀਨਿਨ ਹੈ। ਹੁਣ ਅਗਲਾ ਆ ਗਿਆ ਸ਼ੂਗਰ ਆ ਗਿਆ, ਫਾਸਫੇਟ ਆ ਗਿਆ, ਇਹ ਆ ਗਿਆ ਮੰਨ ਲਓ ਇਹਦੇ ਨਾਲ ਗੋਨਿਨ। ਤਾਂ ਹੁਣ ਇਹ ਨਾਈਟ੍ਰੋਜਨ ਬੇਸ ਇਹਦੇ ਨਾਲ ਕੰਬਾਈਨ ਕਰ ਗਏ ਤਾਂ ਇਹਦਾ ਮਤਲਬ ਕੀ ਆ ਇੱਕ ਨਿਊਕਲੀਓਟਾਈਡ ਸੀ, ਦੂਜਾ ਨਿਊਕਲੀਓਟਾਈਡ ਸੀ। ਇਸ ਤੋਂ ਬਾਅਦ 'ਚ ਅਸੀਂ ਗੱਲ ਪੜ੍ਹੀ ਕਿ ਇਹ ਇੱਕ ਦੂਜੇ ਨਾਲ ਜਿਹੜਾ ਹੈਗਾ ਫਾਸਫੋਡਾਈਐਸਟਰ ਬੌਂਡ ਨਾਲ ਲਿੰਕ ਹੋ ਸਕਦੇ ਨੇ। ਸੋ ਇਹਦਾ ਮਤਲਬ ਇਹ ਚੇਨ ਅੱਗੇ ਐਂ ਬਣ ਸਕਦੀ ਹੈ। ਇਹ ਤਾਂ ਇੱਕ ਸਿੰਗਲ ਚੇਨ ਬਣ ਗਈ। ਪਰ ਵਾਟਸਨ ਤੇ ਕ੍ਰਿਕ ਨੇ ਜਿਹੜਾ DNA ਦਾ ਮਾਡਲ ਸਟੱਡੀ ਕੀਤਾ ਨਾ, ਪ੍ਰਪੋਜ਼ ਕੀਤਾ, ਉਹਨਾਂ ਨੇ ਕਿਹਾ ਕਿ ਅਸਲ 'ਚ ਡਬਲ ਮਾਡਲ, ਡਬਲ ਹੈਲਿਕਸ ਹੈਗੀ ਹੈ। ਡਬਲ ਕਿਵੇਂ ਹੈ? ਡਬਲ ਸਟੈਂਡਰਡ ਹੁੰਦਾ DNA। ਡਬਲ ਸਟੈਂਡਰਡ ਉਹ ਕਹਿੰਦੇ ਕਿ ਇੱਕ ਇਹੋ ਜਿਹਾ ਹੋਰ ਲੈ ਲਓ ਵੀ ਇਹ ਸ਼ੂਗਰ ਹੈ, ਆਹ ਫਾਸਫੇਟ ਹੈ, ਆਹ ਇਹਦੇ ਨਾਲ ਨਾਈਟ੍ਰੋਜਨ ਬੇਸ ਲੱਗਿਆ ਹੋਇਆ ਸਪੋਜ਼ ਥਾਇਮੀਨ। ਐਵੇਂ ਜਿਹੜੀ ਹੈਗੀ ਹੈ ਸ਼ੂਗਰ ਹੈ, ਆਹ ਫਾਸਫੇਟ ਹੈ, ਇਹਦੇ ਨਾਲ ਨਾਈਟ੍ਰੋਜਨ ਬੇਸ ਲੱਗਿਆ ਸਪੋਜ਼ ਸਾਈਟੋਸਿਨ। ਉਹ ਕਹਿੰਦਾ ਕਿ ਆ ਵੀ ਇੱਕ ਦੂਜੇ ਨਾਲ ਕੰਬਾਈਨਡ ਹੈਗੇ ਨੇ ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਉੱਪਰਲੀ ਚੇਨ ਸੀ। ਇਹਦਾ ਮਤਲਬ ਆ 2 ਚੇਨਸ ਜਿਹੜੀਆਂ ਹੈਗੀਆਂ ਬਣੀਆਂ ਹੋਈਆਂ ਨੇ। ਇਹ ਦੋਨੋਂ ਚੇਨਸ ਇੱਕ ਦੂਜੇ ਤੋਂ ਸੈਪਰੇਟ ਨੇ। ਉਹ ਕਹਿੰਦਾ ਕਿ ਦੋਨੋਂ ਚੇਨਸ ਦੇ ਵਿੱਚ ਅਸਲ 'ਚ ਨਾਈਟ੍ਰੋਜਨ ਬੇਸ ਇੱਕ ਦੂਜੇ ਨਾਲ ਕੰਬਾਈਨ ਕਰ ਜਾਂਦੇ ਨੇ, ਹਾਈਡਰੋਜਨ ਬੌਂਡ ਬਣਾ ਲੈਂਦੇ ਨੇ। ਇਹ ਅਲੱਗ-ਅਲੱਗ ਜਿਹੜੇ ਹੈਗੇ ਨੇ ਨਾਈਟ੍ਰੋਜਨ ਬੇਸ ਆਪਸ 'ਚ ਕੰਬਾਈਨ ਕਰਕੇ ਜਦੋਂ ਉਹਨਾਂ ਨੇ ਹਾਈਡਰੋਜਨ ਬੌਂਡ ਬਣਾਤਾ ਨਾ, ਤਾਂ ਹੁਣ ਆਪਣੇ ਕੋਲੇ ਕੀ ਹੋ ਗਿਆ, ਇਹ 2 ਸਟ੍ਰੈਂਡਸ ਆ ਗਏ DNA ਦੇ, ਜਿਹੜੇ ਦੋਨੋਂ ਸਟ੍ਰੈਂਡਸ ਇੱਕ ਦੂਜੇ ਨਾਲ ਕੰਬਾਈਨ ਕੀਤੇ ਹੋਏ ਹੈ। ਤਾਂ ਵੇਖੋ ਕਿਵੇਂ, ਹਾਂਜੀ। ਤਾਂ ਗੱਲ ਮੋਟੀ ਜਿਹੀ ਬਣ ਕੇ ਆ ਗਈ ਕਿ ਸ਼ੂਗਰ ਫਾਸਫੇਟ, ਸ਼ੂਗਰ ਫਾਸਫੇਟ, ਸ਼ੂਗਰ ਫਾਸਫੇਟ, ਸ਼ੂਗਰ ਫਾਸਫੇਟ, ਆ ਤਾਂ ਇੱਕ ਬੈਕਬੋਨ ਬਣੀ ਹੋਈ ਸੀ। ਸ਼ੂਗਰ ਨਾਲ ਇੱਧਰ ਨਾਈਟ੍ਰੋਜਨ ਬੇਸਿਸ ਲੱਗੇ ਹੋਏ ਸੀ। ਬਿਲਕੁਲ ਉਸੇ ਤਰੀਕੇ ਨਾਲ ਹੀ ਦੂਜੇ ਪਾਸੇ ਵੀ ਸੀ ਆਪਣੇ ਕੋਲੇ ਸ਼ੂਗਰ ਫਾਸਫੇਟ, ਸ਼ੂਗਰ ਫਾਸਫੇਟ, ਇਸ ਤਰੀਕੇ ਨਾਲ ਜਿਹੜੀ ਹੈਗੀ ਇਹ ਚੇਨ ਬਣੀ ਹੋਈ ਸੀ। ਤਾਂ ਜਿਹੜੀ ਇਹ ਦੂਸਰੀ ਚੇਨ ਬਣੀ ਹੋਈ ਸੀ, ਇਸ ਚੇਨ ਦੇ ਵਿੱਚ ਵੀ ਉਸੇ ਤਰੀਕੇ ਨਾਲ ਹੀ ਸੀ ਆਪਣੇ ਕੋਲੇ। ਮੰਨ ਲਓ ਇੱਥੇ ਮੈਂ ਕਹਤਾ ਸ਼ੂਗਰ, ਇੱਥੇ ਮੈਂ ਕਹਤਾ ਫਾਸਫੇਟ, ਫਿਰ ਮੈਂ ਕਹਤਾ ਸ਼ੂਗਰ, ਫਿਰ ਫਾਸਫੇਟ, ਫਿਰ ਸ਼ੂਗਰ, ਫਿਰ ਫਾਸਫੇਟ, ਫਿਰ ਸ਼ੂਗਰ, ਫਿਰ ਫਾਸਫੇਟ, ਇਸ ਤਰੀਕੇ ਨਾਲ। ਹੁਣ ਸ਼ੂਗਰ ਨਾਲ ਨਾਈਟ੍ਰੋਜਨ ਬੇਸ ਇੱਥੇ ਵੀ ਲੱਗੇ ਹੋਏ ਨੇ। ਤਾਂ ਇਹ ਨਾਈਟ੍ਰੋਜਨ ਬੇਸ ਆਪਸ ਦੇ ਵਿੱਚ ਕਰਕੇ ਕੰਬਾਈਨ, ਜਦੋਂ ਕੰਬਾਈਨ ਕਰ ਗਏ ਤਾਂ ਸਾਡੇ ਕੋਲ ਜਿਹੜਾ ਲੈਡਰ ਲਾਈਕ ਸਟਰਕਚਰ ਬਣ ਗਿਆ। ਇਹੀ ਸਟਰਕਚਰ ਜਿਹੜਾ ਹੈਗਾ ਕੀ ਹੈ, ਇਹ ਡਬਲ ਸਟੈਂਡਰਡ ਮਾਡਲ DNA ਦਾ ਹੈਗਾ। ਤਾਂ ਇਸ ਡਬਲ ਸਟੈਂਡਰਡ ਮਾਡਲ ਨੂੰ ਫਰਦਰ ਜਦੋਂ ਐਕਸਪਲੇਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਅਸਲ 'ਚ ਸਟ੍ਰੇਟ ਸਿੱਧੀ ਚੇਨ ਨਹੀਂ ਹੁੰਦੀ, ਹੈਲਿਕਸ ਜਿਵੇਂ ਇਹ ਐਵੇਂ ਪਈ ਆ ਲੈਡਰ ਲਾਈਕ ਪੌੜੀਨੁਮਾ ਸਟਰਕਚਰ ਇਹੋ ਜਿਹਾ ਨਹੀਂ ਹੁੰਦਾ। ਉਹ ਕਹਿੰਦਾ ਕਿ ਇਹ ਪੌੜੀ ਵਾਂਗੂ ਤਾਂ ਹੈ ਪਰ ਘੁੰਮ ਕੇ ਜਾਣ ਵਾਲੀ ਪੌੜੀ ਵਾਂਗੂ ਹੈ। ਕਹਿਣ ਦਾ ਮਤਲਬ ਜੇ ਸਿੰਪਲ ਲੈਡਰ ਨੂੰ ਇਸ ਦੀਆਂ ਜਿਹੜੀਆਂ ਆਹ 2 ਸਾਈਡਸ ਨੇ ਨਾ, ਤੁਸੀਂ ਬਸ ਇੰਨਾ ਸਮਝੋ ਵੀ ਆਹ 2 ਸਾਈਡਸ ਨੂੰ ਤਾਂ ਮੈਂ ਫੜ ਲਿਆ ਉੱਪਰੋਂ, ਫਿਕਸ ਕਰਤਾ। ਇਹਨਾਂ ਨੂੰ ਫਿਕਸ ਕਰਕੇ ਦੂਜੀਆਂ 2 ਸਾਈਡਸ ਨੂੰ ਮੈਂ ਘੁਮਾਤਾ। ਇਹਨਾਂ ਨੂੰ ਜਦੋਂ ਮੈਂ ਕਲੌਕਵਾਈਜ਼ ਰੋਟੇਸ਼ਨ ਦਿੱਤੀ ਤਾਂ ਟਵਿਸਟਡ ਜਿਹਾ ਮਾਡਲ ਹੋ ਗਿਆ, ਟਵਿਸਟ ਕਰ ਗਈ ਸਾਰੀ। ਤਾਂ ਜਿਹੜਾ ਆਹ ਟਵਿਸਟਡ ਮਾਡਲ ਆ ਗਿਆ ਨਾ, ਇਹੀ ਕੀ ਹੈ DNA ਦਾ ਮਾਡਲ ਹੈਗਾ, DNA ਦਾ ਸਟਰਕਚਰ ਹੈਗਾ। ਤਾਂ ਇਸ ਨੂੰ ਆਪਾਂ ਹੁਣ ਪੜ੍ਹਦੇ ਹਾਂ, ਇਸ ਨੂੰ ਐਕਸਪਲੇਨ ਕਰਦੇ ਹਾਂ। ਸੋ DNA is made of 2 polynucleotide chains which are coiled in a right handed fashion। ਜਿਵੇਂ ਤੁਹਾਨੂੰ ਬੁੱਕ ਦੇ ਵਿੱਚ ਦੇਖੋ ਦਿਖਾਈ ਦੇ ਰਿਹਾ ਹੈ ਕਿ 2 ਚੇਨਸ ਨੇ, ਇਹ ਰਾਈਟ ਹੈਂਡਡ ਫੈਸ਼ਨ ਦੇ ਵਿੱਚ ਕੁਆਇਲਡ ਹੈਗੀਆਂ ਨੇ।
ਸੋ ਦੈਨ ਜਿਹੜਾ ਹੈਗੇ ਇਸ ਦਾ ਜਿਹੜਾ ਪਿਚ ਹੈਗਾ ਜਿਹੜਾ ਇਹ ਕੋਇਲ ਆਪਣੇ ਕੋਲੇ ਹੋਇਆ ਪਿਆ ਹੈ ਇਹ 34 ਐਂਗਸਟ੍ਰੋਮ ਵਾਈਡ ਜਿਹੜਾ ਹੈਗਾ ਇਹ ਹੁੰਦਾ ਇਸ ਦਾ ਜਿਹੜਾ ਇੱਕ ਮਤਲਬ ਕਿ ਸਿੰਗਲ ਟਰਨ ਜਿਹੜੀ ਹੈਗੀ ਹੈ ਸਿੰਗਲ ਟਰਨ 3.4 ਨੈਨੋਮੀਟਰ ਜਾਂ 34 ਐਂਗਸਟ੍ਰੋਮ ਵਾਈਡ ਇਸ ਦੀ ਹੁੰਦੀ ਹੈ। ਦੈਨ ਇਸ ਦੇ ਵਿੱਚ ਨੰਬਰ ਆਫ ਬੇਸ ਪੇਅਰ ਇੱਕ ਟਰਨ ਦੇ ਵਿੱਚ ਵੀ ਇੰਨੇ 'ਚ ਕਿੰਨੇ ਨਾਈਟ੍ਰੋਜਨ ਬੇਸ ਆ ਗਏ, ਇਹ 'ਚ 10 ਨਾਈਟ੍ਰੋਜਨ ਬੇਸਿਸ ਆ ਜਾਂਦੇ ਹੈ। ਇਹਦਾ ਮਤਲਬ ਜੇ 10 ਨਾਈਟ੍ਰੋਜਨ ਬੇਸ ਆ ਗਏ ਤਾਂ 2 ਨਾਈਟ੍ਰੋਜਨ ਬੇਸਿਸ ਦੇ ਵਿਚਕਾਰ ਦੀ ਡਿਸਟੈਂਸ ਕਿੰਨੀ ਆ ਗਈ 0.34 ਨੈਨੋਮੀਟਰ ਆ ਗਈ। ਐਂਗਸਟ੍ਰੋਮ ਦੇ ਅਕੋਰਡਿੰਗਲੀ ਦੇਖਿਆ ਜਾਵੇ ਟੋਟਲ 34 ਐਂਗਸਟ੍ਰੋਮ ਸੀ, 10 ਨੂੰ ਜਦੋਂ 34 ਨੂੰ 10 ਨਾਲ ਡਿਵਾਈਡ ਕਰਤਾ ਤਾਂ ਕਿੰਨਾ ਆ ਗਿਆ 3.4 ਐਂਗਸਟ੍ਰੋਮ ਆ ਗਿਆ। ਸੋ ਇਹ ਆਪਣੇ ਕੋਲੇ ਜਿਹੜਾ ਹੈਗਾ DNA ਦੇ ਸਟਰਕਚਰ ਦੀ ਗੱਲ ਹੈ। ਦੈਨ DNA ਦੀ ਬੈਕਬੋਨ ਐਜ਼ ਆਈ ਹੈਵ ਆਲਰੇਡੀ ਐਕਸਪਲੇਨਡ ਕਾਹਦੀ ਬਣੀ ਹੋਊਗੀ, ਸ਼ੂਗਰ ਦੀ ਬਣੀ ਹੋਊਗੀ ਤੇ ਫਾਸਫੇਟ ਦੀ ਬਣੀ ਹੋਊਗੀ। ਤੇ ਬੇਸਿਸ ਕਿੱਥੇ ਹੋਣਗੇ, ਇਨਸਾਈਡ ਪ੍ਰੋਜੈਕਟ ਕਰਨਗੇ। ਤੇ ਦੋਨੋਂ ਜਿਹੜੀਆਂ ਚੇਨਸ ਨੇ ਇਹਨਾਂ ਚੇਨਸ ਦੀ ਡਾਇਰੈਕਸ਼ਨ ਐਂਟੀ ਪੈਰਲਲ ਹੋਊਗੀ। ਇੱਕ ਗੱਲ ਧਿਆਨ ਦੇ ਵਿੱਚ ਰੱਖਿਓ ਕਿ ਇਸ ਦੀ ਮੈਂ ਤੁਹਾਨੂੰ ਕਿਹਾ ਸੀ ਕਿ ਡਾਇਰੈਕਸ਼ਨਸ ਬਣ ਗਈਆਂ ਇਸ ਦੀਆਂ ਕਿ ਇੱਕ ਸ਼ੂਗਰ ਹੈ, ਇੱਕ ਫਾਸਫੇਟ ਹੈ, ਇੱਕ ਨਾਈਟ੍ਰੋਜਨ ਬੇਸ ਹੈ। ਜਿੱਧਰ ਲੱਗਿਆ ਹੋਇਆ ਨਾ ਫਾਸਫੇਟ 5 ਨੰਬਰ ਵਾਲੀ ਕਾਰਬਨ ਹੋ ਗਈ, ਜਿੱਧਰ ਸ਼ੂਗਰ ਦੀ ਦੂਸਰੀ ਐਂਡ ਹੋ ਗਿਆ ਕੀ ਹੋ ਗਿਆ 3 ਵਾਲਾ ਐਂਡ ਹੋ ਗਿਆ। ਸੋ ਦੋ ਚੇਨਸ ਨੇ, ਜੇ ਇੱਕ ਚੇਨ 3 to 5 ਹੈ ਤਾਂ ਦੂਸਰੀ ਕੀ ਹੈ 5 to 3 ਹੈ। ਹੁਣ ਤੁਸੀਂ ਥੋੜ੍ਹਾ ਧਿਆਨ ਨਾਲ ਵੇਖੋ, ਇੱਥੇ ਮੈਂ ਇਹ ਗੱਲ ਐਕਸਪਲੇਨ ਨਹੀਂ ਕਰ ਰਿਹਾ ਹਜੇ ਤੱਕ, ਵਿੱਚ ਛੱਡੀ ਜਾ ਰਹੇ ਹਾਂ ਕਿ ਆਹ ਦੋਨੇ ਕੰਬਾਈਨ ਕਰਕੇ ਕਿ ਇੱਥੇ ਤੁਹਾਨੂੰ ਕੋਈ ਫਿਕਸ ਜਿਹਾ ਪੈਟਰਨ ਨਹੀਂ ਦਿਖਾਈ ਦੇ ਰਿਹਾ ਵੀ ਆ ਦੇਖੋ ਇੱਥੇ ਐਡੀਨਿਨ ਸੀ ਥਾਇਮਿਨ ਨਾਲ ਲੱਗੀ ਸੀ, ਇੱਥੇ ਵੀ ਐਡੀਨਿਨ ਥਾਇਮਿਨ ਨਾਲ ਲੱਗੀ, ਇੱਥੇ ਵੀ ਐਡੀਨਿਨ ਥਾਇਮਿਨ ਨਾਲ ਲੱਗੀ। ਇਹਦਾ ਮਤਲਬ ਐਡੀਨਿਨ ਹਮੇਸ਼ਾ ਥਾਇਮਿਨ ਨਾਲ ਲੱਗੀ ਹੋਈ ਹੈ ਤੇ ਦੂਸਰੀ ਗੱਲ ਗੋਨਿਨ ਹਮੇਸ਼ਾ ਕਿਹਦੇ ਨਾਲ ਲੱਗੀ ਹੋਈ ਹੈ, ਸਾਈਟੋਸਿਨ ਨਾਲ ਲੱਗੀ ਹੋਈ ਹੈ। ਤਾਂ ਇਹਨਾਂ ਦੋਨਾਂ 'ਚ ਨਾਈਟ੍ਰੋਜਨ ਬੇਸਿਸ ਦੇ ਵਿੱਚ ਬਣਦੇ ਨੇ ਬੌਂਡ। ਹਾਈਡਰੋਜਨ ਬੌਂਡ ਇੱਕ ਗੱਲ ਹੋਰ ਧਿਆਨ ਰੱਖਣ ਵਾਲੀ ਹੈ ਕਿ ਟ੍ਰਿਪਲ ਬੌਂਡ ਬਣਦਾ ਤੇ ਐਡੀਨਿਨ ਤੇ ਥਾਇਮਿਨ 'ਚ ਬਣਦਾ ਡਬਲ ਬੌਂਡ। ਹੁਣ ਗੋਨਿਨ ਕੀ ਹੈ, ਪਿਊਰਾਈਨ ਹੈ। ਸਾਈਟੋਸਿਨ ਕੀ ਹੈ, ਪ੍ਰੀਮੀਡੀਨ ਹੈ। ਇਹਦਾ ਮਤਲਬ ਇੱਕ ਪੁਰਾਈਨ ਇੱਕ ਪ੍ਰੀਮੀਡੀਨ ਨਾਲ ਲੱਗ ਗਿਆ। ਐਡੀਨਿਨ ਕੀ ਹੈ, ਪਿਊਰਾਈਨ ਹੈ। ਥਾਇਮਿਨ ਕੀ ਹੈ, ਪ੍ਰੀਮੀਡੀਨ ਹੈ। ਇਹਦਾ ਮਤਲਬ ਇੱਥੇ ਵੀ ਇੱਕ ਪੁਰਾਈਨ ਇੱਕ ਪ੍ਰੀਮੀਡੀਨ ਦੇ ਨਾਲ ਆ ਕੇ ਕੰਬਾਈਨ ਕਰਦਾ। ਇਹੀ ਉਹ ਗੱਲ ਹੈਗੀ ਹੈ ਜਿੱਥੇ ਮੈਂ ਤੁਹਾਨੂੰ ਲੈ ਕੇ ਆਉਣਾ ਚਾਹੁੰਦਾ ਸੀ ਕਿ DNA ਦੀ ਜਿਹੜੀ ਡਬਲ ਹੈਲਿਕਸ ਹੈ ਨਾ, ਇਹ ਜਿਹਨੂੰ ਇੱਥੇ ਅਸੀਂ ਕਿਹਾ ਕਿ ਇਹ ਜਿਹੜਾ ਹੈਗਾ ਸਾਡੇ ਕੋਲੇ ਇੱਕ ਸਿੰਗਲ ਟਰਨ 34 ਐਂਗਸਟ੍ਰੋਮ ਦੀ ਹੈ, ਤਾਂ ਨਾਲ ਜਿਹਦੀ ਵਿਡਥ ਵੀ ਦੇਖੀ ਜਾਵੇ ਨਾ, ਇਸ ਪੁਆਇੰਟ ਤੋਂ ਵਿਡਥ ਦੇਖੀ ਜਾਵੇ, ਇਹ 20 ਐਂਗਸਟ੍ਰੋਮ ਦੀ ਹੁੰਦੀ ਹੈ। ਤੇ ਇਹ 20 ਐਂਗਸਟ੍ਰੋਮ ਦੀ ਵਿਡਥ ਇੰਨੀ ਕੀ ਹੁੰਦੀ ਹੈ ਕਿ ਇਹ 3 ਸਾਈਕਲਿਕ ਰਿੰਗਸ ਨੂੰ ਆਪਣੇ 'ਚ ਰੱਖ ਸਕਦੀ ਹੈ, 2 ਪੁਰਾਈਨਸ ਦੀਆਂ ਤੇ ਇੱਕ ਪ੍ਰੀਮੀਡੀਨ ਦੀ। ਯਾਦ ਕਰੋ ਪੁਰਾਈਨ ਦੇ ਵਿੱਚ ਕਿੰਨੀਆਂ ਰਿੰਗਸ ਸੀ, 2, ਪ੍ਰੀਮੀਡੀਨ 'ਚ ਕਿੰਨੀਆਂ ਸੀ, 1। ਇਹਦਾ ਮਤਲਬ 2 ਪੁਰਾਈਨ ਵੀ ਨਹੀਂ ਆ ਸਕਦੇ, ਉਹਦਾ ਫਿਰ 4 ਰਿੰਗਸ ਹੋ ਸਕਦੀਆਂ, ਤੇ 2 ਪ੍ਰੀਮੀਡੀਨ ਵੀ ਨਹੀਂ ਆ ਸਕਦੇ, ਫਿਰ ਤਾਂ 2 ਹੀ ਰਹਿ ਜਾਣਗੀਆਂ, ਇੱਕ ਰਹਿ ਜੂਗੀ। ਇਸ ਕਰਕੇ ਇਹਦੇ ਵਿੱਚ ਆਪਣੇ ਕੋਲੇ ਵਿਡਥ ਹੀ ਇਹਦੀ ਇੰਨੀ ਕਹਿ ਕਿ ਇੱਕ ਪੁਰਾਈਨ ਇੱਕ ਪ੍ਰੀਮੀਡੀਨ ਨਾਲ ਲੱਗਦਾ ਹੈ। ਤੇ ਫਰਦਰ ਕੀ ਹੈ, ਐਡੀਨਿਨ ਕਰਦਾ ਕੰਬਾਈਨ ਥਾਇਮਿਨ ਨਾਲ, ਗੋਨਿਨ ਕਰਦਾ ਕੰਬਾਈਨ ਸਾਈਟੋਸਿਨ ਨਾਲ। ਸੋ ਇਹ ਜਿਹੜਾ ਹੈਗਾ ਸਾਡਾ ਬੇਸ ਬਣੂਗਾ ਸਾਡੇ ਆਉਣ ਵਾਲੇ ਰੂਲ ਦਾ, ਜਿਹਨੂੰ ਅਸੀਂ ਚੈਰ-ਗੈਪਸ ਰੂਲ ਕਹਾਂਗੇ। ਸੋ ਇੱਥੇ ਦੇਖੋ DNA ਦਾ ਸਟਰਕਚਰ ਬਹੁਤ ਸੋਹਣਾ ਡਾਇਗਰਾਮ ਬਣਾ ਕੇ ਤੁਹਾਨੂੰ ਐਕਸਪਲੇਨ ਕੀਤਾ ਹੋਇਆ ਹੈ। ਪੈਰਲਲ ਐਂਟੀ ਪੈਰਲਲ ਡਾਇਰੈਕਸ਼ਨ ਵੀ ਦਿਖਾਈ ਹੋਈ ਹੈ। ਦੇਖੋ ਬੇਟਾ ਇਹ ਆਪਣੇ ਕੋਲੇ ਹੈਗਾ, ਇਹ ਸਾਡੇ ਕੋਲੇ ਹੈਗਾ 5 ਐਂਡ, ਇਹ ਹੈਗਾ 3 ਐਂਡ। ਦੂਸਰੇ ਦੀ ਡਾਇਰੈਕਸ਼ਨ ਦੇਖੋ ਉਲਟ ਜਾ ਰਹੀ ਹੈ ਤੇ ਵਿਚਕਾਰ ਉਹੀ ਬੇਸ ਪੇਅਰਸ ਜਿਹੜੇ ਹੈਗੇ ਲੱਗੇ ਹੋਏ ਹੈ। ਤਾਂ ਇਹ ਬੇਟਾ ਆਪਣੇ ਕੋਲੇ ਜਿਹੜਾ ਮਾਡਲ ਹੈਗਾ ਪ੍ਰਪੋਜ਼ਡ ਮਾਡਲ ਜਿਹੜਾ ਹੈਗਾ ਇਹ 'ਚ ਹੈਗਾ ਕੀ ਸੀ, ਐਂ ਸੀ ਇਹ ਲੈਡਰ ਲਾਈਕ ਸਟਰਕਚਰ। ਵਾਟਸਨ ਤੇ ਕ੍ਰਿਕ ਕਹਿੰਦਾ ਐਂ ਨਹੀਂ, ਇਹਨਾਂ ਐਂਡਸ ਨੂੰ ਕਰੋ ਫਿਕਸ, ਇਹਨਾਂ ਨੂੰ ਫੜ ਕੇ ਘੁਮਾ ਦਿਓ ਤੇ ਸਾਡੇ ਕੋਲੇ ਇਹੋ ਜਿਹਾ ਸਟਰਕਚਰ ਬਣੂਗਾ। ਤਾਂ ਇਹ ਹੈਗਾ ਆਪਣੇ ਕੋਲੇ ਸਟਰਕਚਰ ਆਫ DNA। ਸੋ bases in 2 strands are paired through hydrogen bonds forming base pairs. ਜਿਹੜਾ adenine combines with thymine by 2 double hydrogen bonds and cytosine combines with guanine by 3 hydrogen bonds. Then purines ਜਿਹੜੇ these always comes opposite to pyrimidines. ਸੋ ਇਹਦੇ ਨਾਲ ਇੱਕ ਯੂਨੀਫਾਰਮ ਡਿਸਟੈਂਸ ਜਿਹੜੀ ਹੈਗੀ ਉਹ ਮੇਨਟੇਨ ਹੋ ਜਾਂਦੀ ਹੈ, ਵਿੱਚ 20 ਐਂਗਸਟ੍ਰੋਮ, ਜਿਹਨੂੰ ਮੈਂ ਹੁਣੇ ਐਕਸਪਲੇਨ ਕੀਤਾ ਹੈ। ਦੈਨ ਬੇਟਾ ਆਪਣੇ ਕੋਲੇ ਇਹਨਾਂ ਬੇਸ ਪੇਅਰਸ ਦੀ ਜੇ ਗੱਲ ਕਰੀਏ, ਮੈਂ ਤੁਹਾਨੂੰ ਦੱਸਿਆ ਕਿ ਬੇਸ ਪੇਅਰ 2 ਨੇ, ਇੱਕ ਪਾਸੇ ਪ੍ਰਾਈਨ ਨੇ, ਇੱਕ ਪਾਸੇ ਕੀ ਨੇ, ਪ੍ਰੀਮੀਡੀਨਸ ਹੈਗੇ ਨੇ। ਪ੍ਰਾਈਨਸ ਆ ਗਏ, ਪ੍ਰੀਮੀਡੀਨਸ ਆ ਗਏ। ਤਾਂ ਇਹ ਦੇਖੋ ਫਾਸਫੇਟ ਗਰੁੱਪ ਹੈ, ਪੈਂਟੋਜ਼ ਸ਼ੂਗਰ ਹੈ, ਵਿੱਚ ਆ ਗਏ ਨਾਈਟ੍ਰੋਜਨ ਬੇਸ। ਹੁਣ ਨਾਈਟ੍ਰੋਜਨ ਬੇਸਿਸ ਦੀ ਸੀਕੁਐਂਸ ਕੋਈ ਵੀ ਹੋ ਸਕਦੀ ਹੈ। ਦਿਸ ਇਜ਼ ਨਾਟ ਫਿਕਸਡ
ਕਿ ਐਡੀਨਿਨ ਤੋਂ ਬਾਅਦ 'ਚ ਜੀ ਗੋਨੀਨ ਆਉਣਾ, ਗੋਨੀਨ ਤੋਂ ਬਾਅਦ ਸਾਈਟੋਸਿਨ। ਇਹੀ ਤਾਂ ਉਹ ਸੀਕੁਐਂਸ ਹੈ ਜਿਹੜੀ ਇੱਕ ਪਰਸਨ ਦੇ DNA ਦਾ ਦੂਸਰੇ ਪਰਸਨ ਦੇ DNA ਤੋਂ ਡਿਫਰੈਂਸ ਕ੍ਰੀਏਟ ਕਰਦੀ ਹੈ। ਸੋ ਇੱਥੇ ਜਿਹੜੀ ਸੀਕੁਐਂਸ ਹੈ ਉਹ ਕੋਈ ਵੀ ਸੀਕੁਐਂਸ ਇਸ ਦੀ ਹੋ ਸਕਦੀ ਹੈ। ਸੋ ਇਸ ਦੇ ਨਾਲ ਹੀ ਰਿਲੇਟਡ ਮੈਂ ਤੁਹਾਨੂੰ ਹੁਣੇ ਦੱਸਿਆ ਸੀ ਕਿ ਚੈਰਗੈਫਸ ਰੂਲ ਬਣਦੇ ਨੇ, ਸੋ ਬਹੁਤ ਇੰਪੋਰਟੈਂਟ ਨੇ। ਸੋ ਐਡੀਨਿਨ ਦਾ ਪ੍ਰਪੋਰਸ਼ਨੇਟ ਹਮੇਸ਼ਾ ਥਾਇਮਿਨ ਦੇ ਬਰਾਬਰ ਹੋਊਗਾ ਅਤੇ ਗੋਨਿਨ ਦਾ ਪ੍ਰਪੋਰਸ਼ਨ ਹਮੇਸ਼ਾ ਸਾਈਟੋਸਿਨ ਦੇ ਬਰਾਬਰ ਹੋਊਗਾ, ਪਹਿਲਾ ਚੈਰਗੈਫ ਦਾ ਰੂਲ। ਮੈਨੂੰ ਲੱਗਦਾ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਕਿਉਂ ਹੋਏਗਾ ਐਡੀਨਿਨ ਦਾ ਅਮਾਊਂਟ ਥਾਇਮਿਨ ਦੇ ਬਰਾਬਰ, ਕਿਉਂਕਿ ਐਡੀਨਿਨ ਨੇ ਤਾਂ ਕੰਬਾਈਨ ਹੀ ਥਾਇਮਿਨ ਨਾਲ ਕਰਨਾ ਹੈ ਨਾ, ਤਾਂ ਜਿੰਨੇ ਐਡੀਨਿਨ ਹੋਣਗੇ ਉਨੇ ਹੀ ਥਾਇਮਿਨ ਹੋਣਗੇ। ਗੋਨਿਨ ਨੇ ਕੰਬਾਈਨ ਸਾਈਟੋਸਿਨ ਨਾਲ ਕਰਨਾ, ਸੋ ਜਿੰਨੇ ਗੋਨਿਨ ਹੋਣਗੇ ਉਨੇ ਹੀ ਸਾਈਟੋਸਿਨ ਹੋਣਗੇ। ਸੋ ਇਹ ਚੈਰਗੈਫ ਦਾ ਜਿਹੜਾ ਰੂਲ ਆਪਾਂ ਨੂੰ ਪਹਿਲਾਂ ਸਮਝ ਲੱਗ ਗਿਆ। ਦੇਅਰਫੋਰ A+G = T+C, ਇਹ ਵੀ ਗੱਲ ਸਮਝ ਲੱਗਦੀ ਹੈ ਕਿ ਜਦੋਂ ਐਡੀਨਿਨ ਥਾਇਮਿਨ ਦੇ ਬਰਾਬਰ ਹੈ ਤਾਂ ਇਹ ਇੱਕ ਦੂਜੇ ਦੇ ਬਰਾਬਰ ਹੋਣਗੇ ਜਦੋਂ ਆਪਾਂ ਕੰਬਾਈਨ ਕਰਾਂਗੇ। ਜਾਂ ਅਸੀਂ ਕਹਿ ਸਕਦੇ ਹਾਂ ਕਿ A+G ਅਤੇ T+C ਜਦੋਂ ਬਰਾਬਰ ਨੇ, ਇਹਨਾਂ ਦੀ ਰੇਸ਼ੋ ਹਮੇਸ਼ਾ ਕੀ ਹੋਊਗੀ, 1 ਹੋਊਗੀ। ਸੋ ਇਹ ਰੂਲ ਜਿਹੜਾ ਹੈਗਾ ਚੈਰਗੈਫ ਦਾ ਰੂਲ ਹੈ। ਸੋ ਮੈਨੂੰ ਉਮੀਦ ਹੈਗੀ ਹੈ ਕਿ ਤੁਹਾਨੂੰ ਇਹ ਰੂਲ ਬਿਲਕੁਲ ਸਮਝ ਲੱਗਿਆ ਹੋਵੇਗਾ। ਜੇ ਰੂਲ ਸਮਝ ਲੱਗਿਆ ਤਾਂ ਤੁਹਾਡੀ ਬੁੱਕ ਦੇ ਵਿੱਚ ਜਾ ਕੇ ਦੇਖਿਓ, NCERT ਵਾਲੀ ਜਿਹੜੀ ਬੁੱਕ ਹੈ, ਐਕਸਰਸਾਈਜ਼ 'ਚ ਚੈਰਗੈਫ ਰੂਲ ਦੇ ਨਾਲ ਰਿਲੇਟਡ ਨੁਮੈਰੀਕਲ ਵੀ ਬਣਾਇਆ ਹੋਇਆ। ਹਾਂਜੀ, ਬਾਇਓ 'ਚ ਵੀ ਬਣ ਜਾਂਦੇ ਨੇ ਇਹੋ ਜਿਹੇ ਨੁਮੈਰੀਕਲ, ਆਇਆ ਵੀ ਹੋਇਆ ਪੇਪਰ ਦੇ ਵਿੱਚ। ਤਾਂ ਦੂਸਰਾ ਕੁਐਸਚਨ ਹੈਗਾ NCERT 'ਚ, ਸੋਲਵ ਕਰਕੇ ਵੇਖਿਓ ਉਸਨੂੰ ਅਤੇ ਰਿਪਲਾਈ ਕਰਿਓ ਮੈਨੂੰ। ਸੋ ਅੱਗੇ ਬੇਟਾ ਅਲੱਗ-ਅਲੱਗ ਤਰ੍ਹਾਂ ਦੇ ਆਰਗੈਨਿਜ਼ਮਸ ਦੇ ਵਿੱਚ ਦੱਸਿਆ ਹੋਇਆ ਹੈ ਕਿ ਕਿੰਨੇ ਕੁ ਜਿਹੜੇ ਹੈਗੇ ਨੇ ਇਹਦੇ ਵਿੱਚ ਬੇਸ ਪੇਅਰਸ ਹੈਗੇ ਨੇ। ਤਾਂ ਇਹਦੇ ਵਿੱਚ ਹੈਪਲੋਇਡ ਚੈਨੇ ਨੇ, ਤਾਂ ਹਿਊਮਨ ਦਾ ਜਿਹੜਾ ਹੈਪਲੋਇਡ ਕੰਟੈਂਟ ਆ ਉਹ 'ਚ 3.3 × 10⁹ ਬੇਸ ਪੇਅਰਸ ਇਹ ਪ੍ਰੈਜ਼ੈਂਟ ਹੁੰਦੇ ਹੈ। ਤਾਂ ਇਹ ਸੀਗਾ ਸਟਰਕਚਰ ਆਫ DNA ਜਿਹਨੂੰ ਮੈਂ ਐਕਸਪਲੇਨ ਕੀਤਾ ਹੈਗਾ ਪ੍ਰੋਪਰਲੀ, ਤੁਹਾਨੂੰ ਸਮਝਾਇਆ ਇਸ ਮੈਥਡ ਦੇ ਥਰੂ। ਤਾਂ ਬੇਟਾ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਸਰ ਅਸੀਂ ਜਿਹੜਾ ਹੈਗਾ ਪੜ੍ਹ ਲੈਂਦੇ ਹਾਂ, ਤੁਹਾਡਾ ਲੈਕਚਰ ਸੁਣ ਲੈਂਦੇ ਹਾਂ, ਬਾਅਦ ਦੇ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਜਦੋਂ ਬੁੱਕ 'ਚ ਪੜ੍ਹਦੇ ਕਈ ਚੀਜ਼ਾਂ ਦਾ ਪਤਾ ਨਹੀਂ ਲੱਗਦਾ। ਅੱਜ ਤੁਹਾਨੂੰ ਇਹ ਪ੍ਰੋਬਲਮ ਨਹੀਂ ਆਊਗੀ, ਤੁਸੀਂ ਉਸ ਨੂੰ ਧਿਆਨ ਦੇ ਨਾਲ ਬੁੱਕ ਦੇ ਵਿੱਚੋਂ ਪੜ੍ਹਿਓ। ਬਟ ਫਿਰ ਵੀ ਜਿਹੜਾ ਹੈਗਾ ਤੁਹਾਡੇ ਸਿਰਫ ਜਿਹੜੇ ਹੈਗੇ ਨੇ 5-7 ਮਿੰਟ ਹੋਰ ਲੈ ਕੇ ਤੁਹਾਨੂੰ ਮੈਂ ਦੱਸ ਰਿਹਾ ਕਿ ਬੁੱਕ ਦੇ ਵਿੱਚ ਕਿੱਥੇ ਕੀ ਦਿੱਤਾ ਹੋਇਆ ਅਤੇ ਕਿੱਥੋਂ ਕੀ ਪੜ੍ਹਨ ਵਾਲਾ ਹੈਗਾ। ਇਹ ਤੁਹਾਡੀ ਬੁੱਕ, ਇਸ ਬੁੱਕ ਦੇ ਵਿੱਚੋਂ ਤੁਸੀਂ ਜਿਹੜਾ ਹੈਗਾ ਪੜ੍ਹਨਾ ਹੈ, ਉਹ ਤੁਹਾਨੂੰ ਮੈਂ ਸਭ ਐਕਸਪਲੇਨ ਜਿਹੜਾ ਹੈਗਾ ਉਹ ਕਰ ਦੇਣਾ ਹੈ। ਇਸ ਟੌਪਿਕ 'ਤੇ ਬੇਟਾ ਜਿਹੜਾ ਹੈਗਾ ਮੈਂ ਇਸ ਕਰਕੇ ਇੰਨਾ ਜ਼ਿਆਦਾ ਜ਼ੋਰ ਤੁਹਾਡੇ ਲਈ ਲਗਾ ਰਿਹਾ ਕਿਉਂਕਿ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਤੁਹਾਨੂੰ ਸਮਝ ਆਉਣਾ ਜ਼ਰੂਰੀ ਹੈ, ਹਰ ਹੀਲੇ ਸਮਝ ਆਉਣਾ ਜ਼ਰੂਰੀ ਹੈ। ਇਸ ਕਰਕੇ ਜਿਹੜਾ ਹੈਗਾ ਇਸ ਟੌਪਿਕ ਨੂੰ ਧਿਆਨ ਦੇ ਨਾਲ ਬੁੱਕ ਦੇ ਵਿੱਚੋਂ ਪੜ੍ਹਨਾ ਹੈ। ਸਭ ਤੋਂ ਪਹਿਲਾਂ ਬੇਟਾ ਜਿਹੜਾ ਹੈਗਾ ਦੱਸਿਆ ਹੋਇਆ ਕਿ DNA ਇਜ਼ ਦ ਜੈਨੇਟਿਕ ਮਟੀਰੀਅਲ ਇਨ ਆਲ ਦ ਆਰਗੈਨਿਜ਼ਮਸ, ਨਾਟ ਇਨ ਆਲ, in most of the organisms, ਠੀਕ ਹੈ ਨਾ। ਤੋ ਇੱਥੇ ਆਪ ਵੀ ਦੱਸ ਰਿਹਾ ਕਿ ਟੋਬੈਕੋ ਮੋਜ਼ੈਕ ਵਾਇਰਸ ਦੇ ਵਿੱਚ ਜਿਹੜਾ ਹੈਗਾ RNA ਜਿਹੜਾ ਹੈਗਾ ਉਹ ਜੈਨੇਟਿਕ ਮਟੀਰੀਅਲ ਹੈ। ਦੈਨ ਬੇਟਾ ਆਪਣੇ ਕੋਲ ਇਸ ਦੀ ਲੋਕੇਸ਼ਨ ਦੀ ਗੱਲ ਕੀਤੀ ਗਈ ਹੈ, ਕਿੱਥੇ ਪ੍ਰੈਜ਼ੈਂਟ ਹੈ, ਨਿਊਕਲੀਅਸ 'ਚ ਪ੍ਰੈਜ਼ੈਂਟ ਹੈ। ਦੈਨ ਜਿਹੜਾ ਹੈਗਾ ਨਿਊਕਲੀਅਸ ਤੋਂ ਬਾਹਰ ਹੈ ਤਾਂ ਐਕਸਟਰਾ ਨਿਊਕਲੀਅਰ ਉਸਨੂੰ DNA ਕਹਿੰਦੇ ਹੈ। ਕੁਆਂਟਿਟੀ ਜਿਹੜੀ ਹੈਗੀ ਸਭ ਦੇ ਵਿੱਚ ਸੇਮ ਹੈ। ਕੈਮੀਕਲ ਕੰਪੋਜੀਸ਼ਨ ਦੀ ਗੱਲ ਕੀਤੀ ਹੈ ਤਾਂ ਸਭ ਸਮਝਾਇਆ ਮੈਂ ਕਿ ਸ਼ੂਗਰ ਮੋਲੀਕਿਊਲ 2 ਤਰ੍ਹਾਂ ਦੇ ਨੇ, ਰਾਈਬੋਜ਼ ਐਂਡ ਡੀਆਕਸੀਰਾਈਬੋਜ਼, ਅਤੇ ਫਾਸਫੇਟ ਜਿਹੜਾ ਹੈਗਾ ਆਪਣੇ ਕੋਲ ਗਰੁੱਪ ਇੱਕੋ ਹੀ ਆ ਗਿਆ। ਨਾਈਟ੍ਰੋਜਨ ਬੇਸ ਐਡੀਨਿਨ ਗੋਨਿਨ ਹੋ ਸਕਦੇ ਨੇ, ਥਾਇਮਿਨ ਸਾਈਟੋਸਿਨ ਅਤੇ ਯੂਰਾਸਿਲ ਹੋ ਸਕਦੇ ਨੇ। ਸੋ ਸਾਰਾ ਪੈਰਾ ਜਿਹੜਾ ਹੈਗਾ ਇਸ ਦੇ ਵਿੱਚ ਇਹੀ ਗੱਲ ਐਕਸਪਲੇਨ ਕੀਤੀ ਹੈ ਕੈਮੀਕਲ ਸਟਰਕਚਰ ਦੇ ਵਿੱਚ। ਦੈਨ ਪੋਲੈਰਿਟੀ ਦੀ ਗੱਲ ਕੀਤੀ ਹੈ ਕਿ 5 ਅਤੇ 3' ਐਂਡ ਨੇ ਆਪਾਂ ਐਕਸਪਲੇਨ ਕੀਤਾ ਬੇਟਾ ਹੁਣੇ ਕਿਹੜੇ ਇਹ ਐਂਡਸ ਨੇ ਅਤੇ ਕਿਵੇਂ ਬਣਦੇ ਨੇ। ਦੈਨ ਕੰਪਲੀਮੈਂਟਰੀ ਬੇਸ ਪੇਅਰਸ ਦੀ ਗੱਲ ਹੈ। ਕੰਪਲੀਮੈਂਟਰੀ ਬੇਸ ਪੇਅਰਸ ਦੇ ਵਿੱਚ ਬੇਟਾ ਆਹ 20 ਐਂਗਸਟ੍ਰੋਮ ਲੈਂਥ ਵਾਲੀ ਜਿਹੜੀ ਹੈਗੀ ਮੈਂ ਤੁਹਾਨੂੰ ਗੱਲ ਕੀਤੀ ਸੀ, ਇਹ ਐਕਸਪਲੇਨ ਕਰਕੇ ਆਏ ਹਾਂ ਕਿ ਕਿਵੇਂ ਜਿਹੜਾ ਹੈਗਾ ਆਪਣੇ ਕੋਲ ਇਹ 20 ਐਂਗਸਟ੍ਰੋਮ ਜਿਹੜਾ ਹੈਗਾ ਉਹ ਬਣਦਾ ਹੈ, ਜਿਹਦੇ ਵਿੱਚ ਇੱਕ ਸਾਈਡ 'ਤੇ ਪ੍ਰਾਈਨ ਅਤੇ ਇੱਕ ਪ੍ਰੀਮੀਡੀਨ ਹੁੰਦਾ। ਤਾਂ ਉਹਨੇ ਕਿਹਾ ਕਿ ਇਟ ਕੈਨ ਅਕੋਮੋਡੇਟ 1 ਪ੍ਰਾਈਨ ਐਂਡ 1 ਪ੍ਰੀਮੀਡੀਨ ਬਟ ਨਾਟ 2 ਪ੍ਰਾਈਨਸ, ਉਹਦੇ ਨਾਲ ਬਹੁਤ ਜ਼ਿਆਦਾ ਵਾਈਡ ਹੋ ਜੂ, ਅਤੇ ਨਾਟ 2 ਪ੍ਰੀਮੀਡੀਨ, ਜਿਹਦੇ ਨਾਲ ਕੀ ਹੋ ਜੂ ਇੰਨੇ ਨੇੜੇ ਆ ਜਾਣਗੇ ਕਿ ਪ੍ਰੋਪਰ ਜਿਹੜੀ ਹਾਈਡਰੋਜਨ ਬੌਂਡਿੰਗ ਜਿਹੜੀ ਹੈਗੀ ਉਹ ਨਹੀਂ ਹੋਊਗੀ। ਸੋ ਇਸ ਕਰਕੇ ਜਿਹੜਾ ਹੈਗਾ ਬਟ ਆਪਣੇ ਕੋਲ ਨਾ ਤਾਂ 2 ਪ੍ਰਾਈਨ ਅਤੇ ਨਾ 2 ਪ੍ਰੀਮੀਡੀਨ, ਜਾਂ ਕੀ ਹੋਊਗਾ ਹਮੇਸ਼ਾ 1 ਪ੍ਰਾਈਨ ਅਤੇ 1 ਪ੍ਰੀਮੀਡੀਨ ਹੋਊਗਾ। ਸੋ ਇਹ ਗੱਲ ਐਕਸਪਲੇਨ ਕੀਤੀ ਹੋਈ ਹੈ। ਇਹਦਾ ਮਤਲਬ ਆਹ ਪੋਸੀਬਲ ਨਹੀਂ ਹੈਗਾ, ਸਿਰਫ ਇਹ ਹੀ ਪੋਸੀਬਲ ਹੈ। ਸੋ ਬੇਸ ਪੇਅਰਸ ਦੀ ਗੱਲ ਕੀਤੀ ਹੈ। ਬੇਸ ਪੇਅਰਸ ਕਿਹੜੇ ਨੇ, ਜਿਵੇਂ ਇੱਥੇ ਤਾਂ ਬਹੁਤ ਸੋਹਣਾ ਸਮਝਾਇਆ ਹੋਇਆ, ਤੁਹਾਨੂੰ ਇਹ ਇੰਨਾ ਜਿਹੜਾ ਹੈਗਾ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ, ਸਟਰਕਚਰ ਬਣਾ ਕੇ ਵੇਖਣ ਦੀ ਜ਼ਰੂਰਤ ਨਹੀਂ, ਸਿਰਫ ਸਮਝ ਲਓ ਇਸ ਨੂੰ ਕਿ ਕਿਵੇਂ ਦੱਸਿਆ ਹੋਇਆ ਹੈ।
ਕਿ ਐਡੀਨਿਨ ਦਾ ਗੋਨਿਨ ਦੇ ਨਾਲ ਜਿਹੜਾ ਹੈ ਥਾਇਮਿਨ ਦੇ ਨਾਲ ਬੌਂਡ ਕਿਵੇਂ ਬਣਿਆ, ਡਬਲ ਬੌਂਡ, ਤੇ ਗੋਨਿਨ ਦਾ ਸਾਈਟੋਸਿਨ ਨਾਲ ਬੌਂਡ ਬਣਿਆ ਹੋਇਆ ਟ੍ਰਿਪਲ ਬੌਂਡ। ਐਂਟੀ ਪੈਰਲਲ ਡਾਇਰੈਕਸ਼ਨ ਬੇਟਾ ਆਲਰੇਡੀ ਐਕਸਪਲੇਨ ਕਰਤੀ। ਚੈਰਗੈਪਸ ਰੂਲ ਜਿਹੜੇ ਹੈਗੇ ਨੇ ਮੈਂ ਹੁਣੇ ਐਕਸਪਲੇਨ ਕੀਤੇ ਨੇ, A+G=T+C। ਸੋ ਇਹ ਜਿਹੜਾ ਹੈਗਾ ਇਹਨਾਂ ਦੀ ਰੇਸ਼ੋ 1 ਕੱਢੀ ਹੈ ਅਸੀਂ, ਉਹ ਵੀ ਜਿਹੜਾ ਹੈਗਾ ਉਹ ਇਸ ਦੇ ਵਿੱਚ ਕੀਤਾ ਹੈ। ਦੈਨ ਫਿਜ਼ੀਕਲ ਸਟਰਕਚਰ ਦੇ ਵਿੱਚ ਵਾਟਸਨ ਤੇ ਕ੍ਰਿਕ ਦਾ ਮਾਡਲ ਹੈ, ਡਬਲ ਹੈਲੀਕਲ ਮਾਡਲ ਜਿਹੜਾ ਹੈਗਾ ਇਸ ਦਾ ਵਾਟਸਨ ਤੇ ਕ੍ਰਿਕ ਦਾ ਅਸੀਂ ਸਮਝਾਇਆ ਹੋਇਆ ਬੇਟਾ। ਸੋ ਇਹ ਸਭ ਕੁਝ ਜਿਹੜਾ ਤੁਹਾਡੀ ਬੁੱਕ ਦੇ ਵਿੱਚ ਹੈ ਉਹੀ ਮੈਂ ਐਕਸਪਲੇਨ ਕੀਤਾ ਹੈ, ਅਤੇ ਉਹੀ ਤੁਸੀਂ ਬੁੱਕ ਦੇ ਵਿੱਚੋਂ ਧਿਆਨ ਨਾਲ ਪੜ੍ਹ ਲੈਣਾ ਹੈਗਾ। ਟਾਈਪਸ ਵਗੈਰਾ ਜਿਹੜੀਆਂ ਇਸ ਨੂੰ ਬਹੁਤਾ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਅੱਗੇ ਕੋਡਿੰਗ ਡੀਕੋਡਿੰਗ ਇਹ ਤੁਹਾਨੂੰ ਬੇਟਾ ਮੈਂ ਸਮਝਾ ਦੂੰਗਾ ਨੈਕਸਟ, ਉਸ ਦੇ ਵਿੱਚ ਟੌਪਿਕ ਦੇ ਵਿੱਚ ਆਪਣੇ ਆਪ ਹੀ ਸਮਝ ਲੱਗ ਜੂਗਾ। ਸੋ ਜੇ ਅਸੀਂ ਸਮ ਅਪ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਮਰੀ ਆ ਗਈ। DNA ਜਿਹੜਾ ਹੈਗਾ ਡਬਲ ਚੇਨ ਹੈ ਡੀਆਕਸੀਰਾਈਬੋਨਿਊਕਲੀਓਟਾਈਡਸ ਦੀ। ਸੈਕਸੈਸਿਵ ਯੂਨਿਟਸ ਜਿਹੜੀਆਂ ਹੈਗੀਆਂ ਫਾਸਫੇਟ ਡਾਈਐਸਟਰ ਬੌਂਡ ਨਾਲ ਜੁੜੀਆਂ ਹੋਈਆਂ ਨੇ। ਸ਼ੂਗਰ ਫਾਸਫੇਟ ਇਸ ਦੀ ਬੈਕਬੋਨ ਹੈ। ਬੇਸਿਸ ਇਨਵਰਡ ਪ੍ਰੋਜੈਕਟ ਕਰ ਰਹੇ ਨੇ। ਦੋਨੋਂ ਚੇਨਸ ਸਪਾਇਰਲੀ ਕੁਆਇਲਡ ਨੇ। 34 ਐਂਗਸਟ੍ਰੋਮ ਜਿਹੜਾ ਲੌਂਗ ਹੋ ਜਾਂਦਾ ਇੱਕ ਟਰਨ, ਜਿਹਦੇ ਵਿੱਚ 10 ਬੇਸ ਪੇਅਰਸ ਆ ਜਾਂਦੇ ਨੇ। ਚੇਨਸ ਜਿਹੜੀਆਂ ਕੰਪਲੀਮੈਂਟਰੀ ਹੈਗੀਆਂ ਨੇ ਇੱਕ ਦੂਸਰੇ ਦੇ। ਜਿਹੜੀਆਂ ਦੋਨੋਂ ਚੇਨਸ ਨੇ ਹਾਈਡਰੋਜਨ ਬੌਂਡ ਨਾਲ ਜੁੜੀਆਂ ਹੋਈਆਂ ਨੇ, ਐਂਟੀ ਪੈਰਲਲ ਡਾਇਰੈਕਸ਼ਨ 'ਚ ਆ ਜਾਂਦੀਆਂ ਨੇ। ਚੈਰਗੈਪ ਰੂਲ ਆ ਗਿਆ ਵਿੱਚ। ਸੋ DNA ਮੋਲੀਕਿਊਲ ਡੀਨੈਚੁਰੇਸ਼ਨ ਵੀ ਹੋ ਸਕਦਾ, ਮਤਲਬ ਕਿ ਦੋਨੇ ਚੇਨ ਸੈਪਰੇਟ ਵੀ ਹੋ ਸਕਦੀਆਂ ਨੇ। ਸੋ ਇਹ ਕੁਛ ਫੰਕਸ਼ਨਸ ਬੇਟਾ ਇੱਥੋਂ ਤੱਕ ਜਿਹੜੇ ਹੈਗੇ ਨੇ ਆਪਾਂ ਪੜ੍ਹੇ ਨੇ, ਕੁਛ ਕਰੈਕਟਰਸ ਨੇ। ਇਸ ਦੇ ਨਾਲ ਬੇਟਾ ਸਾਡਾ ਅੱਜ ਦਾ ਟੌਪਿਕ ਸਟਰਕਚਰ ਆਫ DNA ਕੰਪਲੀਟ ਹੋਇਆ। ਕੱਲ੍ਹ ਅਸੀਂ ਆਪਣਾ ਅਗਲਾ ਟੌਪਿਕ ਕਰਾਂਗੇ ਰੈਪਲੀਕੇਸ਼ਨ ਆਫ DNA। ਇੱਥੋਂ ਤੱਕ ਧਿਆਨ ਨਾਲ ਪੜ੍ਹੋ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮੱਚ।